ਗੁਰਮਤਿ ਪੂਰਾ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਹੀ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ, ਯਾਤਰਾਵਾਂ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਓ ਸਤਿਗੁਰੂ ਸਾਹਿਬ ਸਾਨੂੰ ਪਵਿੱਤਰ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ ਰਹੇ ਹਨ। ਸਰਵਣ ਕਰਨ ਹਿਤ ਇਕਾਗਰਤਾ ਬਖਸ਼ੀਏ, ਰਸਨਾ ਕਰੋ ਪਵਿੱਤਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ 56 ਦੇ ਉੱਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਤੋਂ ਪ੍ਰਗਟ ਹੋਇਆ ਪਾਵਨ ਉਪਦੇਸ਼ 8 ਪਦਿਆਂ ਵਾਲਾ ਸ਼ਬਦ ਸੁਭਾਏਮਾਨ ਹੈ। ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ। ਜਿਵੇਂ ਕਈ ਸ਼ਬਦਾਂ ਵਿੱਚ ਸਤਿਗੁਰੂ ਮਹਾਰਾਜ ਉਹਨਾਂ ਜੀਵਾਂ ਬਾਰੇ ਉਪਦੇਸ਼ ਕਰਦੇ ਹਨ ਜਿਹੜੇ ਬਿਲਕੁਲ ਰੱਬ ਵਾਲੇ ਪਾਸੇ ਲੱਗੇ ਹੀ ਨਹੀਂ। ਉਹਨਾਂ ਨੂੰ ਪ੍ਰੇਰਦੇ ਆ ਵੀ ਤੁਸੀਂ ਬੰਦਗੀ ਵੱਲ ਲੱਗੋ, ਧਰਮ ਵੱਲ ਲੱਗੋ। ਇੱਕ ਉਹ ਵੀ ਹੁੰਦੇ ਨੇ ਜਿਹੜੇ ਧਰਮ ਵੱਲ ਤਾਂ ਲੱਗੇ ਨੇ ਪਰ ਉਹਨਾਂ ਨੂੰ ਸਮਝ ਹੀ ਨਹੀਂ ਹੈ ਵੀ ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ। ਇਸ ਸ਼ਬਦ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਹੜੇ ਕਹਿਣ ਨੂੰ ਤਾਂ ਧਰਮੀ ਹਨ ਪਰ ਧਰਮ ਦੀ ਪੂਰਨ ਗਿਆਤ ਨਹੀਂ, ਸਾਧਨ ਤਾਂ ਕਰਦੇ ਨੇ ਪਰ ਗੁਰਾਂ ਨੇ ਜਣਾਇਆ ਵੀ ਨਾਮ ਤੋਂ ਬਗੈਰ ਕੋਈ ਵੀ ਸਾਧਨ ਪ੍ਰਵਾਨ ਨਹੀਂ ਹੈ। ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਹੈ ਜਿਵੇਂ ਏਕਾ ਹੁੰਦਾ ਹੈ, ਬਾਕੀ ਸਾਧਨ ਇਸ ਤਰ੍ਹਾਂ ਹੈ ਜਿਵੇਂ ਅੱਗੇ ਸਾਧ ਸੰਗਤ ਜੀ ਸਿਫਰਾਂ ਹੁੰਦੀਆਂ ਨੇ। ਸਿਫਰਾਂ ਦਾ ਮੁੱਲ ਉਦੋਂ ਪੈਂਦਾ ਜਦੋਂ ਏਕਾ ਲੱਗੇ, ਜੇ ਏਕਾ ਨਹੀਂ ਹੈ ਤਾਂ ਸਿਫਰਾਂ ਦਾ ਫਿਰ ਕੋਈ ਮੁੱਲ ਨਹੀਂ। ਏਕਾ ਲੱਗ ਗਿਆ ਤਾਂ 10 ਗੁਣਾ ਮੁੱਲ ਵੱਧ ਜਾਂਦਾ। ਇਸ ਕਰਕੇ ਜਪ ਤਪ ਸਾਧਨ ਕਰਨੇ, ਹੋਰ ਇਹਨਾਂ ਦਾ ਮੁੱਲ ਤਾਂ ਮਹਾਰਾਜ ਨੇ ਕਿਹਾ ਵੀ ਹੈ ਤਾਂ ਨਹੀਂ ਮਾੜੇ, ਪਰ ਜਦੋਂ ਸਿਮਰਨੀ ਨਹੀਂ ਤਾਂ ਫੇਰ ਇਹ ਕਿਸੇ ਕੰਮ ਨਹੀਂ ਹੈ। ਐਸੇ ਭਾਵ ਦੇ ਨਾਲ ਇਹ ਸ਼ਬਦ ਮਹਾਰਾਜ ਉਚਾਰ ਕੇ ਸਾਨੂੰ ਸਮਝਾਉਂਦੇ ਨੇ ਨਾਮ ਤੋਂ ਬਗੈਰ ਕੋਈ ਵੀ ਧਰਮ ਦਾ ਕਰਮ ਜਿਹੜਾ ਹੈ ਉਹ ਲਾਭਦਾਇਕ ਨਹੀਂ ਹੈ। ਜਪ ਤਪ ਸੰਜਮ ਸਾਧੀਐ। ਪਾਤਸ਼ਾਹ ਜੀ ਕਿਹੜੇ ਕਿਹੜੇ ਕਰਮ ਜਿਹੜੇ ਹਨ ਨਾਮ ਤੋਂ ਬਿਨਾਂ ਲਾਹੇਦਾਇਕ ਨਹੀਂ? ਕਹਿੰਦੇ ਜਪ ਕਰ ਲਈਏ ਭਾਈ, ਜਪ ਦੇਵਤਿਆਂ ਦੇ ਦੱਸੇ ਹੋਏ ਮੰਤਰਾਂ ਦਾ ਕਰਨਾ। ਕਹਿੰਦੇ ਦੇਵਤਿਆਂ ਦੇ ਮੰਤਰਾਂ ਦਾ ਕੋਈ ਜਪ ਕਰ ਲਵੇ। ਜਪ ਵੀ 4 ਤਰ੍ਹਾਂ ਕੀਤਾ ਜਾਂਦਾ ਹੈ, ਬੈਖਰੀ, ਮਧਮਾ, ਪਸੰਤੀ ਤੇ ਪਰਾ। ਪਰਾ ਪਸੰਤੀ ਮਧਮਾ ਬੈਖਰੀ ਕਹਿੰਦੇ ਨੇ। ਇੱਕ ਜਦੋਂ ਹਾਲੇ ਕੋਈ ਅੰਦਰ ਮਨ ਦੇ ਵਿੱਚ ਆਵਾਜ਼ ਨਹੀਂ ਪ੍ਰਗਟ ਹੋਈ, ਬਿਲਕੁਲ ਗੁਪਤ ਹੈ, ਕਿਉਂਕਿ ਬੈਖਰੀ ਤੋਂ ਸ਼ੁਰੂ ਹੁੰਦਾ। ਪਹਿਲਾਂ ਬੋਲ ਕੇ ਕਰੀਦਾ ਹੈ, ਬੋਲ ਕੇ ਕਰਦਿਆਂ ਕਰਦਿਆਂ ਫਿਰ ਆਵਾਜ਼ ਮੱਧਮ ਹੁੰਦੀ ਹੈ, ਅਭਿਆਸ ਹੋ ਜਾਂਦਾ। ਮੱਧਮ ਤੋਂ ਬਾਅਦ ਫਿਰ ਬਿਲਕੁਲ ਹੀ ਕੰਠ ਵਿੱਚ ਹੀ ਹੋ ਜਾਂਦਾ, ਆਵਾਜ਼ ਬਾਹਰ ਨਹੀਂ ਆਉਂਦੀ, ਕੰਠ ਦੇ ਵਿੱਚ ਪਤਾ ਲੱਗਦਾ, ਉਹ ਪਸੰਤੀ ਹੈ। ਫਿਰ ਉਸ ਤੋਂ ਬਾਅਦ ਹਿਰਦੇ ਤੋਂ ਬਿਲਕੁਲ ਕਹਿੰਦੇ ਵੀ ਅਜੱਪਾ ਜਾਪ ਚੱਲ ਜਾਂਦਾ, ਉਹ ਪਰਾ ਬਾਣੀ ਹੈ। ਫਿਰ ਜਿੱਥੇ ਬੋਲਣ ਦੀ ਲੋੜ ਨਹੀਂ ਪੈਂਦੀ, ਜਿੱਥੇ ਹਿੱਲਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਸਿਮਰਨ ਚੱਲਦਾ। ਕਹਿੰਦੇ ਵੀ ਇਹ ਬੈਖਰੀ, ਮਧਮਾ, ਪਸੰਤੀ ਤੇ ਪਰਾ, ਇਹ 4 ਤਰ੍ਹਾਂ ਦੇ ਜਾਪ ਕਰ ਲਵੇ। ਦੇਵਤਿਆਂ ਦੇ ਦੱਸੇ ਮੰਤਰਾਂ ਦੇ ਜਪ ਕਰ ਲਵੇ, ਜਿੰਨਾ ਮਰਜੀ ਕਹਿੰਦੇ ਰਾਜਸੀ ਤਾਮਸੀ ਸ਼ਾਂਤ ਕੀ ਜਪ ਵੀ ਫਿਰ ਅੱਗੇ
ਤਿੰਨ ਪ੍ਰਕਾਰ ਦੇ ਹਨ। ਰਾਜਸੀ ਜਪ ਕਰਨਾ ਕਿਸੇ ਦੇ ਨੁਕਸਾਨ ਵਾਸਤੇ, ਦੇਵਤਿਆਂ ਦੇ ਕਹਿਆ ਅਨੁਸਾਰ ਲੱਗੇ। ਤੇ ਫਿਰ ਰਾਜਸੀ ਤੇ ਤਾਮਸੀ, ਇਹ ਤਾਮਸੀ ਤਪ ਹੈ ਜਿਹੜਾ ਕਿਸੇ ਦਾ ਨੁਕਸਾਨ ਸੋਚਣਾ ਵੀ ਇਹਦਾ ਨੁਕਸਾਨ ਹੋਵੇ ਮੈਂ ਜਪ ਕਰਾਂਗਾ। ਸੋ ਐਸੇ ਤਾਮਸੀ ਜਿਹੜੇ ਤਪ ਕਰਨੇ ਹਨ। ਰਾਜਸੀ ਤਪ ਕਰਨਾ, ਇੰਦਰੀਆਂ ਦਾ ਨਿਰੋਧ ਕਰਦੇ ਲਈ ਜਾਪ ਕਰਨਾ ਵੀ ਮੇਰੇ ਇੰਦਰੀ ਕਾਬੂ ਵਿੱਚ ਆ ਜਾਣ, ਇਹ ਰਾਜਸੀ ਜਪ ਹੈ। ਅਤੇ ਸ਼ਾਂਤ ਕੀ ਚਿੱਤ ਦੀ ਬਿਰਤੀ ਸ਼ਾਂਤ ਰਹੇ, ਇਸ ਭਾਵਨਾ ਨਾਲ ਜਿਹੜਾ ਜਪ ਕਰਨਾ ਹੈ ਸ਼ਾਂਤ ਕੀ ਜਪ ਹੈ। ਇਸ ਤਰ੍ਹਾਂ ਦੇ ਦੇਵਤਿਆਂ ਦੇ ਦੱਸੇ ਮੰਤਰਾਂ ਦੇ 54 ਤਰ੍ਹਾਂ ਦੀ ਬਾਣੀ ਦੁਆਰਾ ਤੇ ਰਾਜਸੀ ਤਾਮਸੀ ਸ਼ਾਂਤ ਕੀ ਕਹਿੰਦੇ ਜਪ ਵੀ ਕਰ ਲਵੇ। ਤਪ ਅਤੇ ਤਪ ਸਾਧ ਸੰਗਤ ਧੂਣੀਆਂ ਕੌਣੀਆਂ, ਗਰਮੀ ਦੀ ਰੁੱਤ ਵਿੱਚ 5 ਧੂਣੀਆਂ ਤਾ ਕੇ ਜੇਠ ਹਾੜੇ 'ਚ ਉਹਦੇ ਵਿਚਕਾਰ ਨੰਗੇ ਪਿੰਡੇ ਬੈਠਣਾ। ਸਿਆਲ ਦੀ ਰੁੱਤ ਦੇ ਵਿੱਚ ਪਾਣੀ ਦੇ ਵਿੱਚ ਗਲ ਤੀਕਰ ਸਰੀਰ ਨੂੰ ਡੋਬ ਕੇ ਰੱਖਣਾ। ਵਰਖਾ ਨੂੰ, ਸਰਦੀ ਨੂੰ, ਗਰਮੀ ਨੂੰ ਆਪਣੇ ਪਿੰਡੇ ਦੇ ਸਹਾਰ ਲੈਣਾ। ਲੱਤਾਂ ਬੰਨ੍ਹ ਕੇ ਰੁੱਖ ਦੇ ਟਹਿਣੇ ਨਾਲ ਪੁੱਠੇ ਲਟਕ ਜਾਣਾ। ਇੱਕ ਪੈਰ ਤੇ ਖਲੋਣਾ। ਇਸ ਤਰ੍ਹਾਂ ਦੇ ਕਹਿੰਦੇ ਜਿੰਨੇ ਮਰਜੀ ਕਹਿੰਦੇ ਤਪ ਸਾਧ ਲਵੇ, ਜਿੰਨਾ ਮਰਜੀ ਕੋਈ ਸਰੀਰ ਨੂੰ ਕਸ਼ਟ ਵੀ ਆਪਾਂ ਦੇ ਲਈਏ। ਸੰਜਮ ਤੇ ਸੰਜਮ ਹੁੰਦਾ ਹੈ ਇੰਦਰੀਆਂ ਦਾ ਦਮਨ ਕਰਨਾ। ਧੱਕੇ ਨਾਲ ਕਹਿ ਲਓ ਜਾਂ ਜ਼ੋਰ ਦੇ ਨਾਲ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਕਰਨ ਦਾ ਯਤਨ ਕਰਨਾ ਵੀ ਜਿਹੜੇ ਸਾਡੇ ਇੰਦਰੀ ਹਨ ਆਪਣੇ ਵਿਸ਼ਿਆਂ ਦੇ ਮਗਰ ਨਾ ਲੱਗਣ। ਇਸ ਤਰ੍ਹਾਂ ਦੇ ਕਹਿੰਦੇ ਸੰਗ ਭਲੀ ਪ੍ਰਕਾਰ ਜਮ ਨੇਮ ਆਦਿਕ ਸਾਧਨ ਵੀ ਕਰ ਲਵੇ। ਸਵਾਸ ਚੜਾਉਣੇ ਉਤਾਰਨੇ ਇਹ ਵੀ ਸਿੱਖ ਲਵੇ। ਇਹ ਸਾਰਾ ਕੁਝ ਹੀ ਭਾਵੇਂ ਕਹਿੰਦੇ ਸਾਧੀ ਹੈ ਸਾਧ ਲਵੇ, ਇਹ ਜਪ ਤਪ ਕਰ ਲਵੇ ਦੇਵਤਿਆਂ ਦੇ ਦੱਸੇ ਹੋਏ। ਤੀਰਥ ਕੀ ਚਵਸ, ਫਿਰ ਇੱਕ ਤਾਂ ਹੁੰਦੀ ਆ ਤੀਰਥ ਯਾਤਰਾ ਕੀਤੀ ਤੇ ਕਰਕੇ ਫਿਰ ਵਾਪਸ ਘਰ ਆ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਘਰ ਆਉਣ ਦੀ ਥਾਂ ਤੇ ਭਾਵੇਂ ਕੋਈ ਤੀਰਥਾਂ ਦੇ ਵਾਸ ਕਰ ਲਵੇ, ਉੱਥੇ ਪੱਕਾ ਹੀ ਰਹਿਣ ਲੱਗ ਪਵੇ। ਤੀਰਥ ਪਵਿੱਤਰ ਜਗ੍ਹਾ ਨੂੰ ਕਹਿੰਦੇ ਆ ਜਿੱਥੇ ਕਿਸੇ ਕਹਿੰਦੇ ਵੀ ਦੇਵਤੇ ਨੇ, ਮਹਾਂਪੁਰਖ ਨੇ, ਜਿੱਥੇ ਕੋਈ ਜਪ ਤਪ ਸਾਧਿਆ ਹੋਵੇ ਉਹਨਾਂ ਪਵਿੱਤਰ ਥਾਵਾਂ ਦੇ ਪੱਕੀ ਆਪਣੀ ਰਿਹਾਇਸ਼ ਪਾ ਕੇ ਕਿਉਂ ਨਾ ਰਹਿਣ ਲੱਗ ਪਵੇ। ਕਬੀਰ ਗੰਗਾ ਤੀਰ ਜੋ ਘਰ ਕਰਹਿ, ਕਹਿੰਦੇ ਗੰਗਾ ਦੇ ਕਿਨਾਰੇ ਤੇ ਹੀ ਆਪਣਾ ਘਰ ਭਾਵੇਂ ਕੋਈ ਬਣਾ ਕੇ ਰਹਿਣ ਲੱਗ ਪਏ। ਪੁੰਨ ਦਾਨ ਚੰਗਿਆਈ, ਫਿਰ ਪੁੰਨ ਕਰਨੇ, ਦਾਨ ਕਰਨੇ, ਚੰਗਿਆਈਆਂ, ਭਲਾਈ ਦੇ ਕਰਮ ਕਰਨੇ। ਪੁੰਨ ਜਿਹੜਾ ਸਾਧ ਸੰਗਤ ਪੁਰਬ ਦੇ ਸਮੇਂ ਨੂੰ ਮੁੱਖ ਰੱਖ ਕੇ ਦਾਨ ਕੀਤਾ ਜਾਂਦਾ ਉਹਨੂੰ ਪੁੰਨ ਕਹਿੰਦੇ ਆ। ਜਿਵੇਂ ਚੰਦਰਮਾ ਜਾਂ ਸੂਰਜ ਗ੍ਰਹਿਣ ਲੱਗੇ ਦੇ ਸਮੇਂ ਤੇ ਅਧਿਕਾਰੀ ਜਾਣ ਕੇ ਜਿਹੜਾ ਬ੍ਰਾਹਮਣ ਨੂੰ ਦਾਨ ਦਿੱਤਾ ਜਾਂਦਾ ਹੈ, ਜਾਂ ਅਮਾਵਸ ਮੱਸਿਆ ਤੇ ਆਦਿਕ ਹੋਰ ਪੁਰਬਾਂ ਦੇ ਸਮੇਂ ਤੇ ਜਿਹੜਾ ਅਧਿਕਾਰੀ ਨੂੰ, ਅਧਿਕਾਰੀ ਬ੍ਰਾਹਮਣ ਕਹਿੰਦਾ ਕੇਵਲ ਮੈਂ ਹਾਂ ਦਾਨ ਦਾ, ਤੇ ਕਹਿੰਦੇ ਜਿਹੜਾ ਬ੍ਰਾਹਮਣ ਨੂੰ ਦਾਨ ਕਰਕੇ ਪੁੰਨ ਕਰਨਾ ਹੈ। ਅਤੇ ਫਿਰ ਦਾਨ ਜਿਹੜਾ ਨੇਤੀ ਕਰਦਾ ਰਹੇ, ਨੇਤੀ ਕਿਸੇ ਨੂੰ ਕੁਝ ਨਾ ਕੁਝ ਦਿੰਦਾ ਰਹੇ। ਅਤੇ ਚੰਗਿਆਈਆ ਵਿਖਾਵੇ ਮਾਤਰ ਚੰਗਿਆਈਆਂ ਭਲਾਈ ਦੇ ਕਾਰਜ ਵੀ ਬਹੁਤ ਕਰੇ। ਬਿਨ ਸਾਚੀ ਕਿਆ ਤਾਸ, ਪਰ ਜੇ ਸੱਚੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ ਸਾਹਿਬ ਕਹਿੰਦੇ ਵੀ ਤਾਸ ਉਸ ਪੁਰਖ ਨੂੰ ਜਿਹਨੇ ਜਪ ਤਪ ਸਭ ਸਾਧਨ ਸਾਧੇ ਐ, ਉਹਨੂੰ ਨਾਮ ਤੋਂ ਬਗੈਰ ਦੱਸੋ ਕੀ ਫਾਇਦਾ ਹੋਇਆ, ਉਹਨੂੰ ਕੁਝ ਵੀ ਲਾਭ ਨਹੀਂ। ਬਿਨ ਸਾਚੇ ਕਿਆ ਤਾਸ, ਕੀ ਲਾਭ ਹੈ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਉਹਨੂੰ, ਉਹ ਕੋਈ ਲਾਭ ਨਹੀਂ ਹੈ। ਬਸ ਇਹ ਕਰਮ ਇਦਾਂ ਹੀ ਹੈ ਵੀ ਸਿਫਰਾਂ ਜੋੜੀ ਜਾਓ ਅੱਗੇ ਤੋਂ ਅੱਗੇ। ਪਰ ਨਾਮ ਏਕਾ ਹੈ, ਜਿੰਨਾ ਚਿਰ ਉਹ ਨਹੀਂ ਲਾਓਗੇ ਉਹਨਾਂ ਚਿਰ ਤੁਹਾਡੇ ਸਮਾਜਿਕ ਕੰਮ ਵੀ ਸਾਧ ਸੰਗਤ ਹਉਮੈ ਦਾ ਕਾਰਨ ਬਣ ਜਾਣਗੇ। ਲੋਕ ਕਰਦੇ ਨੇ ਭਲਾਈ ਦੇ ਕੰਮ, ਇੱਕ ਕਰਦੇ ਨੇ ਤੇ 10 ਦਿਨ ਮਹੀਨਾ ਸਾਲ ਦੱਸਦੇ ਰਹਿੰਦੇ ਵੀ ਅਸੀਂ ਆਹ ਕੀਤਾ। ਆ ਲੀਡਰ ਲੋਕ ਵੀ ਭਲਾਈ ਦੇ ਕੰਮ ਤਾਂ ਇਹ ਵੀ ਕਰਦੇ ਆ, ਬੋਰਡ ਲਾ ਕੇ ਦੱਸਦੇ ਆ, ਰੈਲੀਆਂ 'ਚ ਦੱਸਦੇ ਆ, ਜ਼ੋਰ ਲਾ ਦੱਸਦੇ ਵੀ ਅਸੀਂ ਕੀਤਾ। ਨਾਮ ਨਹੀਂ ਨਾ ਅੰਦਰ ਸਾਡੇ। ਜਦੋਂ ਅੰਦਰ ਨਾਮ ਹੋਵੇਗਾ ਜਪ ਕਰਕੇ ਫਿਰ ਦੇਵਤਿਆਂ ਦਾ ਜਪ ਨਹੀਂ ਚੱਲੂਗਾ। ਫਿਰ ਜਾਪ ਸੋ ਅਜੱਪਾ ਜਾਪੇ, ਅਖੰਡ ਰੂਪ ਵਾਹਿਗੁਰੂ ਦਾ ਅਜੱਪਾ ਜਾਪ ਚੱਲੇਗਾ। ਫਿਰ ਤਪ ਸਰੀਰ ਨੂੰ ਦੁਖੀ ਕਰਨ ਰੂਪੀ ਨਹੀਂ, ਤਪ ਵਾਹਿਗੁਰੂ ਦੀ ਬੰਦਗੀ ਕਰਨ ਰੂਪੀ ਹੋਵੇਗਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ। ਕਹਿੰਦੇ ਆਪਾਂ ਵੀ ਇਹਨੂੰ ਵੀ ਤਪ ਹੈ, ਪਰ ਤਪ ਦੇ ਅਰਥ ਬਦਲ ਜਾਂਦੇ ਹਨ। ਇੱਥੇ ਉੱਥੇ ਤਪਾਉਣਾ ਹੈ ਸਰੀਰ ਨੂੰ, ਜਿਹੜੇ 5 ਧੂਣੀਆਂ ਤਾ ਕੇ ਤਪ ਕੀਤਾ ਜਾਂਦਾ, ਕਿਉਂਕਿ ਕਈਆਂ ਨੂੰ ਤਪ ਸ਼ਬਦ ਦੇ ਨਾਲ ਬੜੀ ਐਲਰਜੀ ਹੈ। ਪਰ ਇਹਦੀ ਵਿਆਖਿਆ ਜਿਹੜੀ ਹੈ ਨਾ ਇੱਕੋ ਜਿਹੀ ਨਹੀਂ ਹੁੰਦੀ।
ਇੱਕ ਨਾਮ ਜਿਹੜਾ ਹੈ 10 ਬੰਦਿਆਂ ਦਾ ਹੋਵੇ ਤੇ 10 ਇੱਕੋ ਜਿਹੇ ਥੋੜਾ ਹੁੰਦੇ, ਹਰ ਇੱਕ ਦਾ ਸੁਭਾਅ ਵੱਖਰਾ ਹੈ। ਇਸੇ ਤਰ੍ਹਾਂ ਇੱਕ ਤਾਂ ਸਰੀਰ ਨੂੰ ਤਾਉਣਾ ਹੈ, ਉਹ ਤਪ ਕਰਨਾ, ਉਹ ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ। ਇੱਕ ਤਾਂ ਇਹ ਜਿਹੜੇ ਇੰਦਰੇ ਬੰਦੇ ਨੂੰ ਤਾਉਂਦੇ ਹਨ, ਜਿਹੜੇ ਵਕਾਰ, ਇਹਨਾਂ ਨੂੰ ਹੀ ਤਾ ਦੇਣਾ, ਕਾਮ ਕ੍ਰੋਧ ਨੂੰ ਹੀ ਤਪਾਈ ਫਿਰਨਾ, ਇਹਨਾਂ ਨੂੰ ਅੱਗੇ ਹੀ ਲਾਈ ਫਿਰਨਾ, ਇਹਨਾਂ ਦਾ ਕੋਈ ਵਿਸ਼ਾ ਭੋਗਣ ਹੀ ਨਾ ਦੇਣਾ। ਇਹ ਦੁਖੀ ਹੋ ਕੇ ਜਾਮਾਂ ਨੂੰ ਤਪਾਉਣਾ, ਉਹ ਕਹਿੰਦੇ ਮਾਰੀ ਜਾਂਦੇ ਨੇ, ਫਿਰ ਪਛਾਣ ਹੀ ਹਟ ਜਾਂਦੇ ਵੀ ਇਹਦੇ ਬੰਦਾ ਕੋਈ ਮਾੜਾ ਕੰਮ ਹੀ ਨਹੀਂ ਕਰਦਾ, ਦੱਸੋ ਵੀ ਅਸੀਂ ਇਹਨੂੰ ਕਿਵੇਂ ਫੜਾਂਗੇ। ਸੇਵਾ ਕਰਨੀ, ਪਰਮੇਸ਼ਰ ਦਾ ਨਾਮ ਜਪਣਾ ਵੀ ਤਪ ਹੈ। ਵਾਹਿਗੁਰੂ ਦੇ ਪਿਆਰਿਆਂ ਦੀ, ਗੁਰੂ ਸਾਹਿਬ ਦੀ, ਸਾਧ ਸੰਗਤ ਦੀ ਸੇਵਾ ਕਰਨੀ, ਇਹ ਵੀ ਸਭ ਤਪਾਂ ਵਿੱਚੋਂ ਸ੍ਰੇਸ਼ਟ ਤਪ ਹੈ। ਇਸ ਤਰ੍ਹਾਂ ਦਾ ਤਪ ਕਰਨ ਦਾ ਤੇ ਲਾਭ ਹੈ। ਸੋ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੰਦਗੀ ਕੀਤੀ ਤੇ ਜਗਤ ਦੀ ਕਲਿਆਣ ਕੀਤੀ ਇੱਥੇ ਸਤਿਗੁਰਾਂ 26 ਸਾਲ 9 ਮਹੀਨੇ 13 ਦਿਨ ਬੰਦਗੀ ਕਰਕੇ। ਸੋ ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਤੇਰੇ ਭਲਾਈ ਦੇ ਕਰਮ ਵੀ ਹਉਮੈ ਦਾ ਕਾਰਨ ਬਣ ਜਾਂਦੇ ਨੇ ਜੇ ਸੱਚਾ ਨਾਮ ਤੇਰੇ ਹਿਰਦੇ 'ਚ ਨਹੀਂ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ 10 ਫੇਰੇ ਸਾਰੇ ਉਸ ਨੂੰ ਕੀ ਲਾਭ ਦੇਣਗੇ ਜਿਹੜਾ ਬੰਦਾ ਇਹ ਸਾਰੇ ਕਠਨ ਤੋਂ ਕਠਨ ਸਾਧਨ ਹਨ, ਹੈਗਾ ਔਖਾ ਇਹ ਸਾਰਾ ਕੰਮ ਜੋ ਪਿੱਛੇ ਮਹਾਰਾਜ ਨੇ ਦੱਸਿਆ ਕਰਨਾ। ਪਰ ਜੇ ਕੋਈ ਕਰ ਵੀ ਲਵੇ ਉਹ ਖਿਆਈ ਝੱਲ ਕੇ, ਨਾਮ ਤੋਂ ਬਗੈਰ ਉਹਨੂੰ ਕੀ ਲਾਭ ਹੋਇਆ? ਕੁਝ ਵੀ ਲਾਭ ਨਹੀਂ ਹੈ। ਜਿਹਾ ਰਾਧੀ ਤਿਹਾ ਲੁਣੈ। ਮਹਾਰਾਜ ਕਹਿੰਦੇ ਵੀ ਜਿਹਾ ਰਾਧੇ, ਕਹਿੰਦੇ ਵੀ ਜਿਹੋ ਜਿਹਾ ਵੀ ਕਹਿੰਦੇ ਰਾਧੇ ਨਾਮ ਹੁੰਦਾ ਸਾਧ ਸੰਗਤ, ਇੱਕ ਸੰਖੇਪ ਹੈ ਆਰਾਧਨ ਦਾ। ਜਿਹੋ ਜਿਹਾ ਆਰਾਧਨ ਕਰੇਗਾ, ਜੇ ਦੇਵੀ ਦੇਵਤਿਆਂ ਦੀ, ਉਹਨਾਂ ਬੀਬੀਆਂ ਦਾ ਆਰਾਧਨ ਕਰੀ ਜਾਏਗਾ ਤਾਂ ਕਹਿੰਦੇ 2 ਗੱਲਾਂ ਹੁੰਦੀਆਂ ਨੇ ਆਰਾਧਨ ਕਰਨ ਵਾਲੇ ਨੂੰ। ਜਿਹਦਾ ਆਰਾਧਨ ਕਰੀਦਾ ਜਾਂ ਤੇ ਉਹਦਾ ਸਰੂਪ ਬਣ ਜਾਈਦਾ, ਤੇ ਜੇ ਉਹਦਾ ਸਰੂਪ ਨਾ ਬਣੀਏ ਫਿਰ ਉਹਦਾ ਵਾਹਣ ਬਣ ਜਾਈਦਾ ਹੈ। ਸੋ ਇਸ ਤਰ੍ਹਾਂ ਜਿਹੜੇ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਵੱਧ ਤੋਂ ਵੱਧ ਕੀ ਹੋਊਗਾ? ਉਹ ਦੇਵਤੇ ਦਾ ਸਰੂਪ ਬਣ ਜਾਣਗੇ। ਮੁਕਤ ਤਾਂ ਨਹੀਂ ਨਾ ਹੋਏ, ਦੇਵਤੇ ਵੀ ਮੁਕਤੀ ਚਾਹੁੰਦੇ ਹਨ। ਜੇ ਕੋਈ ਬੰਦਗੀ 'ਚ ਕਮੀ ਰਹਿ ਗਈ ਤਾਂ ਫਿਰ ਉਹਨਾਂ ਦੇ ਵਾਹਣ ਬਣ ਜਾਣਗੇ। ਕਿਸੇ ਦਾ ਵਾਹਣ ਚੂਹਾ ਹੈ, ਕਿਸੇ ਦਾ ਖੋਤਾ ਹੈ, ਫਿਰ ਬਣੇ ਫਿਰਨਗੇ ਗਧੇ, ਕਿਉਂਕਿ ਅਸਵਾਰੀ ਹੈ। ਕਿਸੇ ਦਾ ਵਾਹਨ ਸ਼ੇਰ ਹੈ। ਸੋ ਇਸ ਪ੍ਰਕਾਰ ਦੇ ਨਾਲ ਜਿਹੋ ਜਿਹਾ ਕੋਈ ਆਰਾਧਦਾ ਹੈ, ਜਿਸ ਦੀ ਆਰਾਧਨਾ ਕਰਦਾ ਹੈ, ਜਿਵੇਂ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਅਵਤਰੈ, ਜਾਂ ਕਹਿੰਦੇ ਵੀ ਇਹ ਪਰਮੇਸ਼ਰ ਦਾ ਸਿਮਰਨ ਛੱਡ ਕੇ, ਵਾਹਿਗੁਰੂ ਦੀ ਬੰਦਗੀ ਛੱਡ ਕਰਕੇ, ਹਰਿ ਕਾ ਸਿਮਰਨ ਛੱਡ ਕੇ ਆ ਹੋਈ ਰਾਖੈ ਨਾਰ, ਗਧੀ ਹੋਏ ਕੈ ਅਵਤਰੈ ਭਾਰ ਸਹਿ ਮਨ ਚਾਰ। ਉਹ ਕਹਿੰਦੇ ਖੋਤੀ ਦੀ ਜੂਨ ਵਿੱਚ ਆਊਗਾ। ਫਿਰ ਜਿਹੋ ਜਿਹੀ ਦੀ ਪੂਜਾ ਕਰੋਗੇ ਉਹੋ ਜਿਹਾ ਹੀ ਫਿਰ ਅੱਗੇ ਜਾ ਕੇ ਫਲ ਮਿਲਦਾ। ਇਸ ਕਰਕੇ ਵਾਹਿਗੁਰੂ ਦਾ ਆਰਾਧਨ ਕਰਾਂਗੇ, ਗੁਰੂ ਨਾਨਕ ਸਾਹਿਬ ਦਾ, ਮਹਾਰਾਜ ਦੇ ਸਰੂਪ 'ਚ ਹੀ ਲੀਨ ਹੋ ਜਾਵਾਂਗੇ, ਸਤਿਗੁਰੂ ਸਾਹਿਬ ਵਰਗੇ ਬਣਾਂਗੇ। ਜੇ ਇਹਨਾਂ ਦੇਵੀ ਦੇਵਤਿਆਂ ਦੀ, ਮੜੀਆਂ ਕਬਰਾਂ ਦੀ ਪੂਜਾ, ਉਹੋ ਜਿਹੀ ਬਣ ਜਾਵਾਂਗੇ। ਜਿਹੋ ਜਿਹਾ ਹੀ ਕਹਿੰਦੇ ਵੀ ਖਿਆਲ ਹੋਵੇ, ਉਸੇ ਤਰ੍ਹਾਂ ਦਾ ਹੀ ਅੱਗੇ ਕੰਮ ਬਣ ਜਾਂਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਰਾਧੇ ਦਾ ਦੂਜਾ ਭਾਵ ਜਿਹਾ ਰਾਧੀ ਤਿਹਾ ਲੁਣੈ। ਰਾਧੇ ਨਾਮ ਹੈ ਸਾਧ ਸੰਗਤ ਬੀਜਣ ਦਾ। ਇੱਕ ਕਿਸਾਨ ਜੋ ਫਸਲ ਬੀਜਦੇ, ਕਹਿੰਦੇ ਵੀ ਖੇਤੀ ਰਹਾ ਰਹੇ ਆ, ਰਾਧ ਰਹੇ ਆ, ਭਾਵ ਬੀਜ ਰਹੇ ਆ, ਤੇ ਜਾਣ ਲਓ ਵੀ ਜਿਹੋ ਜਿਹਾ ਤੁਸੀਂ ਕਰਮ ਦਾ ਬੀਜਣਾ ਕਰੋਗੇ ਉਹੋ ਜਿਹਾ ਫਲ ਹੀ ਫਿਰ ਵੱਢਣਾ ਪਾਓਗੇ। ਜਿਹੜੇ ਪੁੰਨ ਹਨ, ਪੁੰਨਾਂ ਦਾ ਫਲ ਇਹ ਮਿਲ ਜਾਂਦਾ ਵੱਧ ਤੋਂ ਵੱਧ ਵੀ ਸਵਰਗਾਂ 'ਚ ਚਲੇ ਜਾਈਦਾ। ਪਰ ਸਵਰਗਾਂ ਦੇ ਵਿੱਚੋਂ ਫਿਰ ਪੁੰਨ ਖਤਮ ਹੋਣੇ ਤੇ ਨਰਕਾਂ 'ਚ ਜਾਂ ਜੂਨੀਆਂ 'ਚ ਡਿੱਗਦਾ, ਮੁਕਤ ਤਾਂ ਨਹੀਂ ਹੋਈਦਾ। ਕਹਿੰਦੇ ਵੀ ਜੇ ਦੇਵੀ ਦੇਵਤਿਆਂ ਦੇ, ਜਿਵੇਂ ਕੋਈ ਬ੍ਰਹਮਾ ਦਾ ਤਪ ਕਰੂਗਾ, ਨਾਮ ਜਪੂ, ਬ੍ਰਹਮਪੁਰੀ 'ਚ ਪਹੁੰਚ ਜੂਗਾ, ਅਖੀਰ ਫਿਰ ਉੱਥੋਂ ਡਿੱਗਣਾ ਪੈਂਦਾ, ਪੁੰਨ ਖਤਮ ਹੋਇਆ। ਕੋਈ ਸ਼ਿਵਪੁਰੀ ਪਹੁੰਚ ਜੂਗਾ, ਕੈਲਾਸ਼ਪੁਰੀ ਪਹੁੰਚ ਜੂਗਾ, ਉੱਥੋਂ ਫੇਰ ਥੱਲੇ ਡਿੱਗਣਾ ਪੈਂਦਾ ਹੈ। ਜਿੰਨਾ ਚਿਰ ਤਾਂ ਪੁੰਨ ਹੈ ਨਾ, ਉਹਨਾਂ ਚਿਰ ਸਵਰਗ ਭੋਗ ਲੂਗਾ। ਪਰ ਸਵਰਗ ਜਿਹੜੇ ਹਨ ਇਹ ਆਨੰਦ ਦੇ ਦੇਣ ਵਾਲੇ ਤੇ ਨਹੀਂ ਹੈ। ਆਨੰਦ ਤਾਂ ਮੁਕਤ ਹੋ ਕੇ ਹੋਈਦਾ ਹੈ। ਆਨੰਦ ਤਾਂ ਵਾਹਿਗੁਰੂ ਦੇ ਚਰਨਾਂ 'ਚ ਲੀਨ ਹੋ ਕੇ ਸੱਚਖੰਡ ਦੇ ਵਿੱਚ ਬਿਰਤੀ ਠਹਿਰੇ ਆਨੰਦ ਤਾਂ ਮਿਲਦਾ ਹੈ। ਸੋ ਪਾਤਸ਼ਾਹ ਜੀ ਕਹਿੰਦੇ ਵੀ ਜਿਹੋ ਜਿਹਾ ਕੋਈ ਕਰਮ ਕਰੇਗਾ, ਕੋਈ ਪੁੰਨ ਕਰ ਲਿਆ, ਕੋਈ ਪਾਪ ਕਰ ਲਿਆ, ਉਹਦਾ ਉਹੋ ਜਿਹਾ ਹੀ ਫਲ। ਕਦੀ ਸੁਖ ਮਿਲ ਗਿਆ ਸਵਰਗ ਰੂਪ ਦੇ ਵਿੱਚ, ਪੁੰਨ ਪੂਰੇ ਹੋਏ ਤੋਂ ਫਿਰ ਨਰਕਾਂ ਦਾ ਦੁੱਖ ਮਿਲ ਗਿਆ, ਇਹ ਸੁਖ ਦੁੱਖ 'ਚ ਹੀ ਫਸਿਆ ਰਹੇਗਾ। ਬੇਨ ਗੁਣ ਜਨਮ ਵਿਨਾਸ਼। ਵੇਖ ਪਰਮੇਸ਼ਰ ਦੀ ਭਗਤੀ ਕਰਨ ਰੂਪੀ ਗੁਣਾ ਤੋਂ ਬਗੈਰ ਇਹ ਮਨੁੱਖਾ ਜਨਮ ਵਿਨਾਸ਼, ਨਾਸ਼ ਹੀ ਹੋ ਜਾਵੇਗਾ। ਹੀਰੇ ਵਰਗਾ ਜਨਮ ਹੈ, ਕੌਡੀਆਂ ਦੇ ਭਾਅ ਕਹਿੰਦੇ ਵਿਅਰਥ ਜਾਵੇਗਾ।
ਜੇ ਤੇਰੇ ਅੰਦਰ ਭਗਤੀ ਦਾ ਗੁਣ ਨਹੀਂ ਹੈ, ਵਾਹਿਗੁਰੂ ਦੇ ਨਾਮ ਜਪਣ ਦਾ ਗੁਣ ਨਹੀਂ ਹੈ, ਜੇ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਨਹੀਂ ਹੈ, ਤਾਂ ਸਮਝ ਲੈ ਵੀ ਤੇਰੇ ਜਨਮ ਦਾ ਨਾਸ ਵੱਜ ਗਿਆ, ਤੇਰੀ ਜ਼ਿੰਦਗੀ ਖਰਾਬ ਹੋ ਗਈ। ਵੇ 9 ਮਹੀਨੇ ਤੇਰਾ ਸਰੀਰ ਮਾਤਾ ਦੇ ਗਰਭ ਵਿੱਚ ਪਲਦਾ ਹੈ, ਫਿਰ ਕਿੰਨੇ ਸਾਲ ਤੈਨੂੰ ਚੰਗੀ ਤਰ੍ਹਾਂ ਪਾਲਿਆ ਜਾਂਦਾ, ਖੁਰਾਕਾਂ ਖਵਾਉਂਦੇ ਨੇ, ਸਭ ਕੁਝ ਕਰ ਕਰਾ ਕੇ ਜੇ ਖੇਈ ਪਵਾਉਣੀ ਸੀ ਮਾੜੇ ਕਰਮਾਂ ਦੀ, ਫਿਰ ਕੀ ਫਾਇਦਾ ਹੋਇਆ ਇਹਨੇ ਤੇਰੇ ਸਰੀਰ ਨੂੰ ਮਿਹਨਤ ਕਰਕੇ ਬਣਾਉਣ ਦਾ, ਪੈਦਾ ਕਰਨ ਦਾ। ਵਾਹਿਗੁਰੂ ਦੇ ਨਾਮ ਆਦਿਕ ਗੁਣਾਂ ਤੋਂ ਬਗੈਰ ਮਨੁੱਖਾ ਜਨਮ ਨਾਸ ਹੋ ਗਿਆ, ਤੇਰੀ ਜ਼ਿੰਦਗੀ ਖਰਾਬ ਹੋ ਗਈ, ਹੋ ਜਾਵੇਗੀ। ਮੁੰਦੀ ਗੁਣ ਦਾਸੀ ਸੁਖ ਹੋਈ। ਮੁੰਦ ਸਾਧ ਸੰਗਤ ਮੁਗਧ ਨੂੰ, ਅਗਿਆਤ ਨੂੰ, ਬੇਸਮਝ ਨੂੰ, ਜਿਹਨੂੰ ਸ਼ੌਂਕ ਤਾਂ ਹੋਵੇ ਪਤੀ ਦੇ ਮਿਲਾਪ ਦਾ, ਪਤੀ ਕੋਲ ਜਾਣ ਦਾ, ਸਹੁਰੇ ਜਾਣ ਦਾ, ਪਰ ਸਮਝ ਨਾ ਹੋਵੇ ਪਤੀ ਦੀ ਸੇਵਾ ਕਰਨ ਦੀ, ਉਹਨੂੰ ਮੁੰਦ ਜੋਬਨ ਕਿਹਾ ਹੈ। ਇੱਥੇ ਭਾਵ ਜੀਵ ਵਾਸਤੇ ਹੈ। ਮੁੰਦ ਅਗਿਆਤ ਜੋਬਨ, ਭਾਵ ਕਿ ਇਹ ਜੀਵ ਰੂਪੀ ਇਸਤਰੀਏ, ਹੇ ਮੁੰਦੇ ਮੁਗਧ, ਤੈਨੂੰ ਸ਼ੌਂਕ ਅਵਸਥਾ ਤੇ ਹੈ ਵੀ ਮੈਂ ਆਨੰਦ ਮਾਣਾ ਪਰਮੇਸ਼ਰ ਦੇ ਚਰਨਾਂ ਦਾ, ਵਾਹਿਗੁਰੂ ਦੇ ਸਰੂਪ ਦਾ ਦਰਸ਼ਨ ਕਰਾਂ, ਪਰ ਤੈਨੂੰ ਸਮਝ ਨਹੀਂ ਹੈ ਵੀ ਉਹਦਾ ਆਨੰਦ ਮਾਣੀ ਦਾ ਕਿਵੇਂ ਹੈ। ਤੈਨੂੰ ਪਤਾ ਨਹੀਂ ਹੈ ਵੀ ਵਾਹਿਗੁਰੂ ਪਤੀ ਖੁਸ਼ ਕਿੰਨਾ ਗੁਣਾ ਕਰਕੇ ਹੁੰਦਾ ਹੈ। ਹੇ ਮੁੰਦੇ, ਹੇ ਮੁਗਧ, ਹੇ ਅਗਿਆਤ ਜੋਬਨ ਜੀਵ ਇਸਤਰੀਏ, ਭਾਵ ਹੇ ਬੇਸਮਝ ਜੀਵ, ਜੇ ਤੂੰ ਵਾਹਿਗੁਰੂ ਦਾ ਆਨੰਦ ਮਾਨਣਾ ਹੈ ਨਾ, ਤਾਂ ਗੁਣ ਦਾਸੀ, ਗੁਣਾਂ ਵਾਲਿਆਂ ਦੀ ਦਾਸੀ ਬਣ, ਜਿਨ੍ਹਾਂ ਦੇ ਕੋਲ ਭਗਤੀ ਸੇਵਾ ਸਿਮਰਨ ਦੇ ਗੁਣ ਨੇ, ਉਹਨਾਂ ਸਰੀਰਾਂ ਦੀ ਤੂੰ ਵੀ ਦਾਸੀ ਬਣ ਜਾ, ਵੀ ਜਿਵੇਂ ਤੁਸੀਂ ਇਹ ਗੁਣਾਂ ਦੇ ਵਿੱਚ ਭਰਪੂਰ ਹੋ, ਮੈਨੂੰ ਵੀ ਇਹ ਗੁਣ ਬਖਸ਼ ਦਿਓ। ਫਿਰ ਤੈਨੂੰ ਕੀ ਹੋਊਗਾ? ਸੁਖ ਹੋਏ, ਸੁਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਹੋਵੇਗਾ, ਖੇੜਾ ਹੋਊਗਾ, ਵਾਹਿਗੁਰੂ ਦਿਖੂਗਾ ਸਾਰੇ ਪਾਸੇ, ਪ੍ਰਕਿਰਤੀ ਚੋਂ, ਕੀੜੀ ਤੋਂ ਲੈ ਕੇ ਹਾਥੀ ਤੀਕਰ, ਧਰਤੀ ਤੋਂ ਲੈ ਕੇ ਆਕਾਸ਼ ਤੀਕਰ, ਜੋ ਵੀ ਦਿਖੂਗਾ ਇਹੋ ਹੀ ਲੱਗੂਗਾ ਵੀ ਸਾਰੇ ਰੱਬ ਦੇ ਹੀ ਬੰਦੇ ਆ, ਰੱਬ ਦਾ ਹੀ ਰੂਪ ਹੈ, ਪਰਮੇਸ਼ਰ ਦੀ ਜੋਤ ਦਿਖੂਗੀ, ਫਿਰ ਸੁਖੀ ਹੋ ਜਾਏਗਾ। ਦੁੱਖ ਉਹਨਾਂ ਚਿਰ ਹੀ ਹੁੰਦਾ ਨਾ, ਇਹ ਕਿਉਂ ਚੜ ਗਿਆ, ਇਹ ਕਿਉਂ ਵੱਧ ਗਿਆ, ਇਹਨੂੰ ਕਿਉਂ ਮਿਲ ਗਿਆ, ਮੈਂ ਕਿਉਂ ਰਹਿ ਗਿਆ, ਇਸੇ ਕਰਕੇ ਦੁਖੀ ਹੁੰਦਾ। ਇਹੀ ਗੱਲਾਂ ਨੇ ਸਾਡੇ ਕੋਲ ਸੰਸਾਰ ਵਾਲਿਆਂ ਕੋਲ, ਇਹਦਾ ਕੰਮ ਕਿਵੇਂ ਬਣ ਗਿਆ, ਮੇਰਾ ਕਿਉਂ ਵਿਗੜ ਗਿਆ, ਇਹ ਦੁੱਖ ਹੈ। ਜਦੋਂ ਵੇਖੇਗਾ ਨਾ ਪਰਮੇਸ਼ਰ ਦਾ ਸਰੂਪ, ਫਿਰ ਸੁੱਖ ਹੋਊਗਾ ਵੀ ਇਹ ਵੀ ਵਾਹਿਗੁਰੂ ਦੀ ਅੰਸ਼ ਹੈ, ਮੈਂ ਵੀ ਉਸੇ ਦੀ ਅੰਸ਼ ਹਾਂ। ਆਪਣੇ ਕਰਮ ਭੋਗ ਰਹੇ ਹੈ, ਜਿੰਨਾ ਕੋਈ ਮਿਹਨਤ ਕਰਦਾ, ਜਿੰਨੇ ਕਿਸੇ ਦੇ ਕਰਮ ਪਰਾਲਬਧ 'ਚ ਲਿਖਿਆ ਉਹ ਮਿਲ ਰਿਹਾ, ਜਿੰਨਾ ਸੇਵਾ ਸਿਮਰਨ ਕਰਾਂਗੇ ਮਹਾਰਾਜ ਪਰਾਲਬਧ 'ਚ ਹੋਰ ਉਹ ਐਡ ਕਰ ਦੇਣਗੇ, ਜਮ੍ਹਾਂ ਕਰ ਦੇਣਗੇ, ਉਹ ਮਿਲ ਜੂਗਾ, ਐਵੇਂ ਸੁੱਖ ਮਾਣੇਗਾ। ਇਸ ਤਰ੍ਹਾਂ ਗੁਣਾਂ ਵਾਲਿਆਂ ਦੀ ਦਾਸੀ ਬਣ ਜਾਂ ਗੁਣ ਦਾਸੀ, ਗੁਣਾਂ ਦੀ ਦਾਸੀ ਬਣ, ਕਹਿੰਦੇ ਔਗੁਣਾਂ ਦੀ ਨਾ ਬਣ, ਗੁਣਾਂ ਦੀ ਦਾਸੀ ਬਣਨਾ। ਦਾਸੀ ਕੀ ਹੁੰਦਾ? ਵੀ ਦਾਸੀ ਦਾ ਕੰਮ ਹੈ ਵੀ ਉਹਨੇ ਉਸੇ ਤਰ੍ਹਾਂ ਕਰਨਾ ਜਿਵੇਂ ਮਾਲਕ ਦਾ ਹੁਕਮ ਹੋਵੇ। ਕਹਿੰਦੇ ਗੁਣਾਂ ਦੀ ਸੇਵਕਾ ਬਣ ਜਾ, ਸਤ ਦੀ ਦਾਸੀ ਬਣ, ਫਿਰ ਸੱਚ ਬੋਲੇਂਗੀ, ਫਿਰ ਸੰਤੋਖ ਦੀ ਦਾਸੀ ਬਣ, ਜੀਵਨ ਸੰਤੋਖ ਆਵੇਗਾ, ਫਿਰ ਲੋਸ਼ੂ ਲੋਸ਼ੂ ਕਰਨਾ, ਕੁੱਕਰ ਦੀ ਬਿਰਤੀ ਨਹੀਂ ਰਵੇਗੀ। ਇਸ ਤਰ੍ਹਾਂ ਸ਼ੁਭ ਗੁਣਾਂ ਦੀ ਦਾਸੀ ਬਣ ਜਾ, ਤੇ ਜਾਂ ਗੁਣ ਧਾਰਨ ਕਰ, ਆਪਣੇ ਅੰਦਰ ਭਗਤੀ ਕਰਿਆ ਕਰ, ਸੇਵਾ ਸਿਮਰਨ ਕਰਿਆ ਕਰ, ਤੇ ਭਗਤੀ ਆਦਿਕ ਕਰਮ ਕਰਦਿਆਂ ਵੀ ਦਾਸੀ ਭਾਵ ਦੇ ਵਿੱਚ ਰਹਿ। ਕਦੀ ਹੰਕਾਰ ਨਾ ਕਰੀ ਵੀ ਮੈਂ ਬੰਦਗੀ ਕਰਦਾ, ਮੈਂ ਸੇਵਾ ਕਰਦਾ ਹਾਂ। ਦਾਸਾ ਭਾਵ ਧਾਰ ਕੇ ਰੱਖ, ਔਗਣਾਂ ਦਾ ਖਹਿੜਾ ਛੱਡ ਦੇ, ਤੈਨੂੰ ਸੁੱਖ ਮਿਲੇਗਾ। ਭਜਨ ਮਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਆਨੰਦ ਮਾਣੇਗਾ। ਅਵਗਣ ਤਿਆਗ ਸਮਾਈਐ, ਕਿਉਂਕਿ ਅਵਗਣਾਂ ਨੂੰ ਛੱਡਣਾ ਹੀ ਪਵੇਗਾ। ਜਦੋਂ ਅਵਗਣ ਹੁੰਦੇ ਆ ਉਹ ਕਰਮ ਜਿਹੜੇ ਰਾਹ ਦਾ ਰੌੜਾ ਬਣਦੇ ਹਨ, ਪਤੀ ਪਰਮੇਸ਼ਰ ਦੀ ਸੇਵਾ ਦਾ, ਵਾਹਿਗੁਰੂ ਦੀਆਂ ਖੁਸ਼ੀਆਂ ਲੈਣ ਦਾ, ਇਹ ਭੈੜੇ ਜਿਹੜੇ ਅਵਗਣ ਹਨ, ਇਹਨਾਂ ਅਵਗਣਾਂ ਦਾ ਤਿਆਗ ਕਰਦੇ। ਜਦੋਂ ਅਵਗਣਾਂ ਦਾ ਤਿਆਗ ਹੋ ਜਾਵੇਗਾ, ਉਸ ਵੇਲੇ ਹੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਮਾਈ ਹੁੰਦੀ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਈਦਾ ਹੈ। ਗੁਰਮਤਿ ਪੂਰਾ ਸੋਈ। ਅਰੇ ਜੁੜੀ ਦਾ ਕਿਵੇਂ ਹੈ? ਕਹਿੰਦੇ ਗੁਰਮਤਿ ਦੁਆਰਾ, ਗੁਰੂ ਸਾਹਿਬ ਜੀ ਦੇ ਕਹੇ ਚੱਲਣਾ ਹੀ ਪੈਂਦਾ ਜੇ ਪਰਮੇਸ਼ਰ ਦੇ ਚਰਨਾਂ 'ਚ ਜੁੜਨਾ। ਆਪਣੀ ਸਿਆਣਪ ਮੈਂ ਸਮਝਦਾ ਹਾਂ, ਕਹਿੰਦੇ ਮੈਨੂੰ ਸਮਝ ਹੈ, ਮੈਨੂੰ ਪਤਾ ਸਾਰਾ ਕੁਝ, ਹੁਣ ਕਹਿੰਦੇ ਇਹ ਛੱਡਣਾ ਪਊ। ਪਤਾ ਹੋਵੇ ਤੈਨੂੰ ਜੋ ਮਰਜ਼ੀ, ਤੈਨੂੰ ਤਾਰੇ ਤੇ ਜਾਣ ਦਾ ਵੀ ਪਤਾ ਹੋਵੇ, ਤੂੰ ਜਿੰਨਾ ਮਰਜ਼ੀ ਕਹਿੰਦੇ ਵੀ ਸਿਆਣਪ ਵਾਲਾ ਬੁੱਧੀਵਾਨ ਹੋਵੇ, ਚਤਰ ਮੱਤ ਵਾਲਾ ਹੋਵੇ,
ਪਰ ਗੁਰੂ ਦੀ ਮੱਤ ਲੈਣੀ ਪਊਗੀ ਜੇ ਤੂੰ ਪੂਰਾ ਵਾਹਿਗੁਰੂ ਪਾਉਣਾ ਹੈ ਤਾਂ। ਉੱਥੇ ਆਪਣੀ ਮੱਤ ਨਹੀਂ ਚੱਲਣੀ। ਜਿੰਨੀ ਮਰਜ਼ੀ ਵਕੀਲ ਗਰੀ ਹੈ ਤੇਰੇ ਵਿੱਚ, ਜਿੰਨਾ ਵੱਡਾ ਮਰਜ਼ੀ ਤੂੰ ਸਲਾਹਕਾਰ ਹੋਵੇਂਗਾ, ਕਿਸੇ ਦਾ ਰਾਜਨੀਤਿਕ ਹੋਵੇਂਗਾ, ਡਿਗਰੀਆਂ ਹੋਣਗੀਆਂ ਤੇਰੇ ਨਾਮ ਦੇ ਨਾਲ, 30-40 ਸਾਲ ਪੜ੍ਹਾਈ ਕੀਤੀ ਹੋਵੇਗੀ, ਕਹਿੰਦੇ ਠੀਕ ਹੈ, ਪਰ ਗੁਰਮਤ ਤਾਂ ਧਾਰਨੀ ਪਵੇਗੀ। ਅਖੀਰ ਗੱਲ ਉੱਥੇ ਮੁੱਕਣੀ ਹੈ ਸਾਧ ਸੰਗਤ। ਗੁਰੂ ਦੀ ਮੱਤ, ਗੁਰੂ ਸਾਹਿਬ ਦੀ ਮੱਤ ਤੋਂ ਭਾਵ ਜੋ ਗੁਰੂ ਨੇ ਕਿਹਾ ਉਹ ਗੱਲ ਮੰਨਣੀ ਵੀ ਠੀਕ ਹੈ ਮਹਾਰਾਜ ਮੈਂ ਐਵੇਂ ਕਰਾਂਗਾ। ਜੋ ਗੁਰੂ ਸਾਹਿਬ ਨੇ ਰਾਹ ਵਿਖਾ ਦਿੱਤਾ ਉਹ ਮਹਾਰਾਜ ਕਹਿੰਦੇ ਐਨੂੰ ਚੱਲ ਠੀਕ ਹੈ ਮਹਾਰਾਜ ਮੈਂ ਇੱਧਰ ਚੱਲਾਂਗਾ। ਸਤਿਗੁਰੂ ਨੇ ਕਹਿ ਦਿੱਤਾ ਵੀ ਇਹ ਅਵਗੁਣ ਛੱਡ ਦੇ, ਠੀਕ ਹੈ ਸਤਿਗੁਰੂ ਜੀ। ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਿਆ ਕਰ, ਸਤ ਬਚਨ। ਤੇ ਸਤਿਗੁਰੂ ਦੀ ਜੇ ਮੱਤ ਲਵਾਂਗੇ ਤਾਂ ਪਾਤਸ਼ਾਹ ਸਾਨੂੰ ਸਾਧ ਸੰਗਤ ਚੰਗਾ ਹੀ ਸਿਖਾਉਂਦੇ ਨੇ। ਸਮਾਜਿਕ ਜੀਵਨ ਵੀ ਸਾਡਾ ਚੰਗਾ ਹੋਵੇ, ਕਿਉਂਕਿ ਸਮਾਜਿਕ ਜੀਵਨ ਜੇ ਚੰਗਾ ਨਹੀਂ ਹੈ ਤਾਂ ਦੂਸਰਿਆਂ ਵਾਸਤੇ, ਆਂਢੀ ਗੁਆਂਢੀ, ਪਿੰਡ ਦੇ ਹੋਰਾਂ ਲੋਕਾਂ ਲਈ ਵੀ ਅਸੀਂ ਔਖਿਆਈ ਪੈਦਾ ਕਰਾਂਗੇ। ਜੇ ਸਾਡਾ ਸੰਸਾਰ 'ਚ ਰਹਿਣਾ ਚੰਗਾ ਵਧੀਆ ਹੋ ਜਾਵੇਗਾ, ਫਿਰ ਸਾਡੇ ਤੋਂ ਕਿਸੇ ਨੂੰ ਦੁੱਖ ਨਾ ਹੋਵੇ। ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਰਹਿਣਾ ਕਿਵੇਂ ਸੰਸਾਰ 'ਚ, ਸਾਨੂੰ ਉਹ ਵੀ ਨਹੀਂ ਰਹਿਣਾ ਆਉਂਦਾ। ਮੁਲਤਾਨ ਗਏ ਸਨ ਨਾ ਮਹਾਰਾਜ, ਉੱਥੋਂ ਦੇ ਪੀਰ ਗੜਵਾ ਦੁੱਧ ਦਾ ਭਰ ਕੇ ਲੈ ਆਏ। ਭਾਵ ਉਹਨਾਂ ਦਾ ਇਹ ਸੀ ਵੀ ਇਹ ਤਾਂ ਅੱਗੇ ਹੀ ਸਾਧਾਂ ਨਾਲ ਸ਼ਹਿਰ ਭਰਿਆ, ਮਹਾਰਾਜ ਤੁਸੀਂ ਇੱਕ ਹੋਰ ਆ ਗਏ। ਗੁਰਾਂ ਨੇ ਉੱਤੇ ਫੁੱਲ ਰੱਖ ਦਿੱਤਾ, ਕਹਿੰਦੇ ਜਿਵੇਂ ਫੁੱਲ ਉੱਤੇ ਉੱਤੇ ਹੈ ਨਾ ਅਸੀਂ ਇੱਦਾਂ ਹੀ ਰਵਾਂਗੇ, ਫੁੱਲ ਵਾਂਗ ਰਹਾਂਗੇ, ਤੁਹਾਡੇ 'ਚ ਤੁਹਾਨੂੰ ਕੋਈ ਤੰਗੀ ਨਹੀਂ ਆਵੇਗੀ। ਜਿਵੇਂ ਵਿੱਚੇ ਹੀ ਮਿਲ ਗਿਆ ਉਹਦੇ, ਵੱਖਰਾ ਨਹੀਂ ਮਹਾਰਾਜ ਕਹਿੰਦੇ ਤੁਹਾਨੂੰ ਦੁੱਖ ਦੇਵਾਂਗੇ। ਇਹ ਅਸਲ 'ਚ ਸਮਝਾਇਆ ਵੀ ਸੰਸਾਰ 'ਚ ਫੁੱਲਾਂ ਵਾਂਗੂ ਰਹੋ, ਕੰਡੇ ਬਣ ਕੇ ਨਾ ਰਹੋ, ਜਿਹਦੇ ਕਰਕੇ ਆਪ ਵੀ ਦੁਖੀ, ਆਪ ਵੀ ਟੁੱਟਣਾ ਪੈਂਦਾ ਨਾ ਕੰਡੇ ਨੂੰ, ਜੇ ਕਿਸੇ ਜੜ ਜੇ ਵੱਜ ਜੇ ਤੇ ਵੱਜਣ ਵਾਲੇ 'ਚ ਉਹ ਵੀ ਦੁਖੀ। ਫੁੱਲਾਂ ਵਰਗੇ ਰਹੋਗੇ। ਫੁੱਲ ਜਿਹੜਾ ਹੈ ਦੂਸਰਿਆਂ ਨੂੰ ਸੁਗੰਧੀ ਦਿੰਦਾ, ਖੁਸ਼ਬੂ ਦਿੰਦਾ ਹੈ, ਵੇਖਣ ਵਾਲੇ ਨੂੰ ਖੁਸ਼ੀ ਦਿੰਦਾ। ਇਹ ਤੇਰਾ ਗ੍ਰਸਤੀ ਜੀਵਨ ਹੋਵੇ, ਇੱਦਾਂ ਦਾ ਇੱਥੇ ਜੀਵਨ ਹੋਵੇ, ਨਾਲ ਫਿਰ ਨਾਮ ਜਪੇ, ਤੇਰਾ ਪਰਲੋਕ ਵੀ ਸੁਧਰ ਜਾਵੇ। ਇਹ ਗੁਰੂ ਦੀ ਮੱਤ ਨਾਲ ਹੀ ਹੋ ਸਕਦਾ ਹੈ। ਪੂਰਾ ਸੋਇਓ ਜੋ ਵਾਹਿਗੁਰੂ ਪੂਰਨ ਹੈ, ਉਹ ਪਰਮੇਸ਼ਰ ਦਾ ਮਿਲਾਪ, ਗੁਰੂ ਦਾ ਬਚਨ ਮੰਨਿਆ ਹੀ ਪ੍ਰਾਪਤ ਹੁੰਦਾ ਹੈ ਮਿਲਾਪ ਉਹਦੇ ਚਰਨਾਂ ਦਾ। ਵਿਸ਼ਰਾਮ ਦੇ ਕੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਕੇਂਦਰੀ ਭਾਵ ਹੈ ਸ਼ਬਦ ਦਾ ਵੀ ਗੁਣਾਂ ਵਾਲੇ ਬਣੋ ਭਾਈ, ਅਵਗੁਣਾਂ ਦਾ ਤਿਆਗ ਕਰੋ। ਗੁਰੂ ਦੀ ਮੱਤ ਨਾਲ ਹੀ ਅਵਗੁਣ ਛੱਡੇ ਜਾਂਦੇ ਤੇ ਗੁਰਮਤਿ ਦੇ ਨਾਲ ਹੀ ਗੁਣ ਗ੍ਰਹਿਣ ਕਰੀਦੇ ਹਨ। ਵਿਣ ਰਾਸੀ ਵਾਪਾਰੀਆ। ਇਹ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਜੋ ਇਸ ਰਹਾਉ ਵਿੱਚ ਇਸਤਰੀ ਦਾ ਪ੍ਰਕਰਨ ਲੈ ਕੇ ਸਮਝਾਇਆ, ਹੁਣ ਵਪਾਰੀ ਦਾ ਪ੍ਰਕਰਨ ਲੈਂਦੇ ਨੇ। ਕਹਿੰਦੇ ਵੇਖੋ ਭਈ ਨਾਮ ਤੋਂ ਬਗੈਰ ਇਸ ਤਰ੍ਹਾਂ ਬੰਦਾ ਭਟਕਦਾ ਜਿਵੇਂ ਹੋਵੇ ਤਾਂ ਕੋਈ ਵਪਾਰੀ ਬਿਜ਼ਨਸਮੈਨ, ਪਰ ਉਹਦੇ ਕੋਲ ਪੂੰਜੀ ਨਾ ਹੋਵੇ, ਉਹਦੇ ਕੋਲ ਪੈਸੇ ਨਾ ਹੋਣ। ਬਿਜ਼ਨਸਮੈਨ ਤਾਂ ਹੋਵੇ, ਵਪਾਰ ਕਰਨ ਵਾਲਾ ਵਪਾਰੀ ਤਾਂ ਹੋਵੇ, ਪਰ ਜੇ ਉਹਦੇ ਕੋਲ ਰਾਸ ਨਹੀਂ ਹੈ, ਪੈਸੇ ਨਹੀਂ ਹਨ, ਤਾਂ ਫਿਰ ਉਹ ਬਹੁਤ ਦੁਖੀ ਹੁੰਦਾ ਹੈ ਵੀ ਮੈਂ ਕਿਵੇਂ ਸੌਦਾ ਖਰੀਦਾਂ, ਕਿਵੇਂ ਅੱਗੇ ਕਾਰੋਬਾਰ ਚਲਾਵਾਂ। ਤੱਕੀ ਕੁੰਡਾਂ ਚ ਉਹ ਚਾਵੇਂ ਕੁੰਡਾਂ ਨੂੰ ਤੱਕਦਾ, ਉੱਤਰ ਦੱਖਣ ਪੂਰਬ ਪੱਛਮ ਚਾਰੇ ਪਾਸੇ ਝਾਕਦਾ ਰਹਿੰਦਾ ਹੈ ਵੀ ਮੈਂ ਕਿਤੇ ਕੁਝ ਲੈ ਆਵਾਂ, ਮੈਂ ਵੀ ਕੋਈ ਵਪਾਰ ਕਰਨਾ, ਵੀ ਸਾਰੇ ਕਰੀ ਜਾਂਦੇ ਆ, ਮੇਰਾ ਕੋਈ ਵਪਾਰ, ਮੇਰਾ ਬਿਜ਼ਨਸ, ਮੇਰਾ ਕਾਰੋਬਾਰ ਠੱਪ ਹੋਇਆ। ਤੇ ਜੇ ਕੋਈ ਆਖੇ ਵੀ ਤੂੰ ਕੁਝ ਕਰਦਾ ਨਹੀਂ, ਕਹਿੰਦੇ ਕਰਾਂ ਕਿਵੇਂ, ਕੁਝ ਪੈਸਾ ਹੈ ਨਹੀਂ। ਜਿਵੇਂ ਪੈਸੇ ਤੋਂ ਬਿਨਾ, ਧਨ ਤੋਂ ਬਗੈਰ, ਰਾਸ਼ੀ ਪੂੰਜੀ ਤੋਂ ਬਗੈਰ ਵਪਾਰੀ ਇੱਧਰ ਉੱਧਰ ਝਾਕਦਾ ਰਹਿੰਦਾ ਹੈ, ਪਰ ਉਹ ਸੌਦਾ ਨਹੀਂ ਖਰੀਦ ਸਕਦਾ। ਮੂਲ ਨਾ ਬੁਝੈ ਆਪਣਾ। ਇਸੇ ਪ੍ਰਕਾਰ ਵਿਣ ਰਾਸੀ ਵਾਪਾਰੀਆ। ਵਪਾਰੀ ਸਾਧ ਸੰਗਤ ਕੌਣ ਹੈ? ਜੀਵ ਚੰਗੇ ਮੰਦੇ ਕਰਮਾਂ ਦਾ ਵਪਾਰ ਕਰ ਰਿਹਾ ਹੈ। ਤੇ ਇਹ ਜਿਹੜਾ ਜੀਵ ਹੈ ਨਾ, ਜੀਵ ਰੂਪੀ ਇਸਤਰੀ ਕਹਿ ਲਓ, ਜਾਂ ਇਹ ਜੀਵ ਜਿਹੜੇ ਸੰਸਾਰ 'ਚ ਆਪਾਂ ਆਏ ਆ, ਜੇ ਸਾਡੇ ਕੋਲ ਸ਼ਰਧਾ ਰੂਪੀ ਰਾਸ ਨਹੀਂ ਹੈ ਨਾ, ਸ਼ਰਧਾ ਵਾਨੰ ਲਭਤੇ ਗਿਆਨੰ, ਜਿਵੇਂ ਬਚਨ ਹੋਰ ਥਾਵਾਂ ਦੇ ਨੇ ਗੁਰਬਾਣੀ 'ਚ ਨਹੀਂ, ਭਾਵੇਂ ਵੀ ਸ਼ਰਧਾ ਵਾਲਿਆਂ ਨੂੰ ਹੀ ਗਿਆਨ ਮਿਲਦਾ ਨਾ। ਸ਼ਰਧਾ ਤੋਂ ਭਾਵ ਭਰੋਸਾ, ਨਿਸ਼ਚਾ ਹੋਣਾ। ਇਹ ਮੰਨ ਲਓ ਵੀ ਪੂੰਜੀ ਹੈ, ਜਿਵੇਂ ਕੁਝ ਪੈਸਿਆਂ ਨਾਲ ਖਰੀਦੀਦਾ ਹੈ, ਇਸੇ ਤਰ੍ਹਾਂ ਸ਼ਰਧਾ ਰੂਪੀ ਪੂੰਜੀ ਦੇ ਨਾਲ ਹੀ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਦੇ ਕੋਲ। ਵਿਣ ਰਾਸੀ ਵਾਪਾਰੀਆ, ਜਿਵੇਂ ਸ਼ਰਧਾ ਰੂਪੀ ਰਾਸ ਤੋਂ ਬਗੈਰ ਇਹ ਜੀਵ ਰੂਪੀ ਜਿਹੜਾ ਵਪਾਰੀ ਹੈ, ਜੋ ਚੰਗੇ ਮੰਦੇ ਕਰਮਾਂ ਨੂੰ ਵਿਹਾਜਰਿਆ ਏ। ਤੱਕੀ ਕੁੰਡਾਂ ਚ ਕਹਿੰਦੇ ਭਾਵੇਂ ਚੌਹਾਂ ਕੁੰਡਾਂ ਨੂੰ ਵੀ ਤੱਕੇ ਤੱਕਦਾ ਰਹੇ, ਉੱਤਰ ਦੱਖਣ ਪੂਰਬ ਪੱਛਮ ਸਭ ਥਾਵਾਂ ਦੇ ਤੀਰਥਾਂ ਦੀ ਯਾਤਰਾ ਕਰ ਆਵੇ,
ਸਭ ਥਾਵਾਂ ਦੀਆਂ ਜੂਨਾਂ ਦੇ ਵਿੱਚ ਵੀ ਭਰਮ ਆਵੇ। ਅਤੇ ਫਿਰ 4 ਕੁੰਡਾਂ ਦੀ ਨਿਆਈ ਕਹਿੰਦੇ ਭਾਵੇਂ ਗ੍ਰਸਤੀ ਬਣ ਜੇ, ਫਿਰ ਗ੍ਰਸਤ ਛੱਡ ਕੇ ਪਹਿਲਾਂ ਬ੍ਰਹਮਚਰਜ ਰੱਖੇ। 4 ਆਸ਼ਰਮ ਨੇ ਨਾ, ਬ੍ਰਹਮਚਰਜ ਬਣੇ, ਚਾਰੀ ਬਣੇ 25 ਸਾਲ ਤੀਕਰ, ਫਿਰ ਕਹਿੰਦੇ ਗ੍ਰਸਤੀ ਬਣ ਜਾਵੇ, ਫਿਰ ਬਾਣਪ੍ਰਸਤੀ ਬਣ ਜਾਵੇ, ਅਤੇ ਫਿਰ ਸੰਨਿਆਸੀ ਵੀ ਕਿਉਂ ਨਾ ਬਣ ਜਾਵੇ। ਇਹ 4 ਕੁੰਡਾਂ ਤੱਕਣ ਦੀ ਨਿਆਈ ਹੈ। ਬ੍ਰਹਮਚਰਜ ਵੀ ਕਿਸੇ ਤਰ੍ਹਾਂ ਦੇ ਸਰੀਰ ਕਰਕੇ ਵਿਸ਼ੇ ਨਾ ਭੋਗਣੇ, ਗ੍ਰਸਤੀ ਰਹਿਣਾ ਵੀ ਟੱਬਰ ਕਬੀਲੇ ਵਾਲਾ ਬਣਨਾ, ਬਾਨਪ੍ਰਸਤੀ ਵੀ ਜੰਗਲ ਚਲੇ ਜਾਣਾ, ਉਂਝ ਧਿਆਨ ਪਰਿਵਾਰ ਦਾ ਰੱਖਣਾ, ਸੰਨਿਆਸੀ ਵੀ ਬਿਲਕੁਲ ਹੀ ਤਿਆਗ ਹੀ ਕਰ ਦੇਣਾ ਮਾਇਆ ਦਾ। ਭਾਵੇਂ ਕਹਿੰਦੇ ਇਹਨਾਂ 'ਚ ਵੀ ਜੀਵ ਚਲਿਆ ਜਾਵੇ, ਭਾਵੇਂ ਚੌਵੇਂ ਆਸ਼ਰਮ ਕਿਉਂ ਨਾ ਧਾਰਨ ਕਰ ਲਵੇ, ਪਰ ਫੇਰ ਵੀ ਇੱਧਰ ਉੱਧਰ ਝਾਕਦਾ ਹੀ ਰਹੇਗਾ। ਸ਼ਰਧਾ ਤੋਂ ਬਗੈਰ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਆਨੰਦ ਨਹੀਂ ਮਿਲਦਾ। ਮੂਲ ਨਾ ਬੁਝੈ ਆਪਣਾ, ਮੂਲ ਨਾ ਬੁਝੈ ਆਪਣਾ, ਹਾਂ ਬੁਝੈ ਭੁੱਲ ਹੀ ਹੈ, ਮੂਲ ਨਾ ਬੁਝੈ ਆਪਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਮੂਲ ਕੀ ਹੈ? ਮੂਲ ਸਾਡਾ ਸਾਧ ਸੰਗਤ ਇੱਕ ਬੂੰਦ ਹੈ ਇਹ ਸਰੀਰ ਦਾ। ਮੂਲ ਨਾ ਬੁੱਝੈ ਆਪਣਾ, ਬੁੱਝਣਾ ਨਾਮ ਹੈ ਸਮਝਣ ਦਾ। ਇਹ ਜਿਹੜਾ ਜੀਵ ਹੈ ਆਪਣੇ ਸਰੀਰ ਦਾ ਹੰਕਾਰ ਤਾਂ ਕਰਦਾ, ਪਰ ਇਹ ਮੂਲ ਬੁੱਝਦਾ ਹੀ ਨਹੀਂ ਵੀ ਤੂੰ ਹੰਕਾਰ ਕਾਹਦਾ ਕਰਦਾ। ਇੱਕ ਗੰਦੀ ਪਾਣੀ ਦੀ ਬੂੰਦ ਤੋਂ ਤੇਰੀ ਹੋਂਦ ਬਣੀ ਹੈ, ਹੱਡ ਮਾਸ ਦਾ ਤੇਰਾ ਇਹ ਸਰੀਰ ਹੈ, ਕਾਹਦਾ ਤੂੰ ਇਹਦਾ ਮਾਣ ਕਰਦਾ ਹੈ। ਇਸ ਤਰ੍ਹਾਂ ਆਪਣੇ ਮੂਲ ਨੂੰ ਨਹੀਂ ਬੁੱਝਦਾ ਜਾਣਦਾ। ਜਾਂ ਮੂਲ ਮੂਲ ਨਾ ਬੁਝੈ ਆਪਣਾ, ਮੂਲ ਰੂਪ ਹੈ ਸਾਧ ਸੰਗਤ ਪਰਮੇਸ਼ਰ। ਮੂਲ ਨਾ ਬੁੱਝੈ ਆਪਣਾ, ਉਸ ਵਾਹਿਗੁਰੂ ਨੂੰ ਸਮਝਦਾ ਹੀ ਨਹੀਂ ਹੈ ਵੀ ਉਹ ਮਾਲਕ ਜਿਹੜਾ ਹੈ ਮੇਰਾ ਆਪਣਾ ਆਤਮਾ ਰੂਪ ਹੈ। ਆਪਣੇ ਮੂਲ ਵਾਹਿਗੁਰੂ ਨੂੰ ਆਤਮਾ ਰੂਪ ਕਰਕੇ ਨਹੀਂ ਇਹ ਜੀਵ ਸਮਝਦਾ। ਸ਼ਰਧਾ ਤੋਂ ਬਗੈਰ ਵਸਤ ਰਹੀ ਘਰ ਬਾਰ, ਜਿਹੜੀ ਆਤਮਕ ਆਨੰਦ ਰੂਪੀ ਵਸਤੂ ਸੀ ਉਹ ਤਾਂ ਕਹਿੰਦੇ ਵੀ ਘਰ ਦੇ ਵਿੱਚ ਹੀ ਹੈ, ਅੰਤःਕਰਣ ਦੇ ਵਿੱਚ ਹੀ ਰਹਿ ਗਈ। ਉਹ ਤਾਂ ਅੰਦਰ ਹੀ ਪਈ ਰਹੀ, ਇਹ ਬਾਹਰ ਹੀ ਬਸ ਭਟਕਦਾ ਰਿਹਾ। ਕਦੀ ਜੰਗਲਾਂ 'ਚ ਚਲੇ ਗਿਆ, ਕਦੀ ਪਹਾੜਾਂ 'ਚ ਚਲੇ ਗਿਆ, ਕਦੀ ਗੁਫਾ 'ਚ ਵੜ ਗਿਆ, ਕਦੀ ਕਿਤੇ ਚਲਾ ਗਿਆ, ਕਦੀ ਮਾਰੂ ਥਲਾਂ 'ਤੇ ਚਲਾ ਗਿਆ। ਪਰ ਉਹ ਆਤਮਕ ਆਨੰਦ ਤਾਂ ਅੰਦਰੋਂ ਹੀ ਪ੍ਰਾਪਤ ਹੋਣਾ ਸੀ। ਉਹਦੇ ਅੰਦਰ ਬਿਰਤੀ ਅੰਦਰ ਕਰਨੀ ਸੀ ਨਾ। ਇਹ ਤਾਂ ਸਰੀਰ ਕਰਕੇ ਤੇ ਬਿਰਤੀ ਕਰਕੇ ਬਾਹਰ ਨੂੰ ਹੀ ਦੌੜਿਆ। ਸਰੀਰ ਵੀ ਬਾਹਰ ਲੈ ਗਿਆ, ਘਰ ਛੱਡਤਾ, ਬਿਰਤੀ ਵੀ ਬਾਹਰ ਹੀ ਰਹਿੰਦੀ 4 ਸਫੇਰੇ। ਕਹਿੰਦੇ ਵੀ ਘਰ ਛੱਡਣ ਦੀ ਤੇ ਲੋੜ ਹੀ ਨਹੀਂ ਸੀ, ਉਹਦੇ ਬਿਰਤੀ ਨੂੰ ਅੰਦਰ ਲਿਆਉਣਾ ਸੀ। ਅੰਦਰ ਹੀ ਸਭ ਕੁਝ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਹਿੰਦੇ ਜਿਹੜਾ ਖੋਜ ਕਰੇ ਉਹਨੂੰ ਤਾਂ ਸਭ ਕੁਝ ਮਿਲ ਜਾਂਦਾ, ਜਿਹੜਾ ਖੋਜੀ ਨਾ ਹੋਵੇ ਉਹ ਕਹਿੰਦਾ ਕੁਝ ਵੀ ਨਹੀਂ ਹੈ, ਬਸ ਐਵੇਂ ਫਜ਼ੂਲ ਹੀ ਹੈ, ਉਹ ਬਸ ਖੰਡਨ ਕਰ ਦੂ। ਜਿਹੜਾ ਖੋਜ ਕਰੂ ਉਹਨੂੰ ਸਭ ਕੁਝ ਹੀ ਮਿਲ ਜਾਂਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਮੂਲ ਰੂਪ ਪਰਮੇਸ਼ਰ ਹੈ ਉਹਨੂੰ ਜੀਵ ਬੁੱਝਦਾ ਨਹੀਂ ਕਿ ਵੀ ਇਹੀ ਮੇਰਾ ਆਪਣਾ ਸਵੈ ਸਰੂਪ ਰੂਪ ਹੈ। ਤੇ ਉਹਦਾ ਜੋ ਆਤਮਕ ਆਨੰਦ ਰੂਪੀ ਵਸਤੂ ਸੀ, ਘਰ ਬਾਰ ਭਾਵ ਘਰ ਦੇ ਦਰਵਾਜ਼ੇ ਤੋਂ ਅੰਦਰ ਹੀ ਸਰੀਰ ਦੇ ਵਿੱਚ ਹੀ ਪਈ ਸੀ, ਉਹ ਹਿਰਦੇ ਦੇ ਵਿੱਚ, ਉਸ ਨੂੰ ਪ੍ਰਾਪਤ ਹੀ ਨਹੀਂ ਕਰ ਸਕਿਆ। ਜਾਂ ਜੋ ਉਹ ਆਤਮਕ ਆਨੰਦ ਰੂਪੀ ਵਸਤੂ ਹੈ ਉਹ ਕਿੱਥੇ ਹੈ? ਘਰ ਦੇ ਵਿੱਚ ਹੀ ਹੈ। ਇਹ ਬਾਹਰ ਇੰਦਰੀਆਂ ਵਿੱਚ ਹੀ ਲੱਗਾ ਰਿਹਾ। ਕਦੀ ਅੱਖਾਂ ਨਾਲ ਪਰਾਇਆ ਰੂਪ ਵੇਖ ਲਿਆ, ਕੰਨਾਂ ਨਾਲ ਸੁਣ ਲਿਆ, ਜ਼ੁਬਾਨ ਨਾਲ ਚਸਕੇ ਲੈ ਲਏ, ਇਹ ਉਹਨਾਂ ਦੇ ਨਾਲ ਬਾਹਰਲੇ ਬੰਨੇ ਜੁੜਿਆ ਰਿਹਾ, ਪਰ ਅੰਦਰ ਕਦੀ ਆਇਆ ਹੀ ਨਹੀਂ। ਆਪਣੇ ਆਪ ਦੇ ਵਿੱਚ ਕਹਿੰਦੇ ਬੈਠਾ ਹੀ ਨਹੀਂ ਕਦੀ। ਹੋਰਾਂ ਵੱਲ ਤਾਂ ਤੁਰਿਆ ਫਿਰਦਾ ਰਿਹਾ, ਪਰ ਆਪਣੇ ਆਪ ਦੇ ਨਾਲ ਕਦੀ ਬੈਠ ਕੇ ਇਹਨੇ ਵਿਚਾਰ ਕੀਤੀ ਹੋਈ ਨਹੀਂ। ਸੋ ਇਸ ਪ੍ਰਕਾਰ ਦੇ ਨਾਲ ਸਭ ਕੁਝ ਅੰਦਰ ਹੀ ਹੈ। ਜੀਵ ਜਿਹੜਾ ਹੈ ਬਾਹਰ ਹੀ ਭਟਕਦਾ ਰਹਿੰਦਾ ਹੈ। ਵੇਣ ਵਖਰ ਦੁਖ ਅਗਲਾ, ਤੇ ਇਹ ਫਿਰ ਜਿਹਨੇ ਵਖਰ ਨਹੀਂ ਨਾ ਲਿਆ, ਕਿਉਂਕਿ ਜਿਹਦੇ ਕੋਲ ਪੈਸੇ ਨਾ ਹੋਣ ਉਹ ਵਪਾਰੀ ਕਿਵੇਂ ਸੌਦਾ ਖਰੀਦੂਗਾ। ਜਿਹਦੇ ਕੋਲ ਸ਼ਰਧਾ ਨਾ ਹੋਵੇ ਉਹ ਲਾਭਦਾਇਕ ਸੌਦਾ ਨਾਮ ਗੁਰਾਂ ਕੋ ਕਿਵੇਂ ਆਪਣਾ ਤਨ ਮਨ ਧਨ ਦੇ ਕੇ ਵਿਹਾਜ ਸਕਦਾ ਹੈ। ਸੋ ਇਸ ਕਰਕੇ ਸ਼ਰਧਾ ਤੋਂ ਬਗੈਰ, ਭਾਵਨਾ ਤੋਂ ਬਗੈਰ ਲਾਭਦਾਇਕ ਵਖਰ ਨਹੀਂ ਇਸ ਜੀਵ ਨੂੰ ਪ੍ਰਾਪਤ ਹੋਇਆ। ਤੇ ਵਿਣ ਵਖਰ ਵਿਣ ਬਿਨਾ ਹੁਣ ਨਾਮ ਰੂਪੀ ਸੌਦੇ ਤੋਂ ਕੀ ਹੋਏਗਾ? ਕਹਿੰਦੇ ਵੀ ਹੋਣਾ ਕੀ ਹੈ? ਦੁੱਖ ਅਗਲਾ ਬਹੁਤ ਹੀ ਅਨਾਦ ਕਾਲ ਦਾ ਦੁੱਖ ਲੱਗੂਗਾ। ਦੁਖੀ ਹੀ ਰਹਿੰਦਾ, ਫਿਰ ਕੂਲੀ ਸੇਜ ਹੈ ਉੱਤੇ ਸੁੱਤਾ ਹੈ ਪਰ ਹਾਏ ਹਾਏ ਕਰਦਾ ਹੈ। ਕਹਿੰਦੇ ਪੈਸੇ ਇੰਨੇ ਕੁ ਨੇ, ਕਈ ਇਹੋ ਜਿਹੇ ਹਨ ਪਤਾ ਨਹੀਂ ਮਾਇਆ ਕਿੰਨੀ ਹੈ, ਫਿਰ ਵੀ ਨੀਂਦ ਵਾਲੀ ਗੋਲੀ ਲੈ ਕੇ ਸੌਂਦਾ, ਕਿਉਂਕਿ ਨਾਮ ਨਹੀਂ ਜਪਿਆ। ਨਾਮ ਤੋਂ ਬਗੈਰ ਬਹੁਤਾ ਹੀ ਅਨਾਦ ਕਾਲ ਦਾ, ਜੰਮਣ ਮਰਨ ਦਾ, ਨਰਕਾਂ 'ਚ ਪੈਣ ਦਾ, ਜਮਦੂਤਾਂ ਦੀ ਮਾਰ ਦਾ ਦੁੱਖ ਝੱਲਣਾ ਪੈਂਦਾ ਹੈ। ਫਿਰ
ਕੂੜ ਮੁਠੀ ਕੂੜਿਆਰ। ਇਹ ਜਿਹੜੀ ਜੀਵ ਰੂਪੀ ਇਸਤਰੀ ਆ ਨਾ, ਇਹ ਕਹਿੰਦੇ ਕੂੜ ਨੇ ਹੀ ਮੁੱਠੀ ਲੁੱਟ ਲਈ, ਝੂਠੇ ਪਦਾਰਥਾਂ ਨੇ ਲੁੱਟ ਲਿਆ ਇਹਦੇ ਅੰਦਰੋਂ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਨੂੰ। ਜਿਵੇਂ ਪ੍ਰਤੱਖ ਕਹਿੰਦੇ ਆ ਵੀ ਜੋ ਪਤੀਬ੍ਰਤਾ ਧਰਮ ਤੋਂ ਬਾਹਰੀ ਹੋ ਜਾਂਦੀ ਹੈ, ਉਹ ਕੂੜਿਆਰ ਹਰ ਸਮੇਂ ਝੂਠ ਹੀ ਬੋਲਦੀ ਹੈ ਪਤੀ ਦੇ ਤਾਈਂ। ਉਹਨੂੰ ਕਹਿੰਦੇ ਵੀ ਝੂਠੇ ਵਿਕਾਰਾਂ ਨੇ ਲੁੱਟ ਲਿਆ, ਹੋਰ ਪਾਸੇ ਉਹਦਾ ਧਿਆਨ ਕੇਂਦਰਿਤ ਹੋ ਗਿਆ। ਇਸੇ ਪ੍ਰਕਾਰ ਇਹ ਜੀਵ ਇਸਤਰੀ ਜਿਹੜਾ ਮਨੁੱਖ ਹੈ, ਭਾਵ ਜੋ ਆਪਾਂ ਜੀਵ ਹੈ, ਇਹ ਵਿਸ਼ੇ ਵਿਕਾਰਾਂ ਵੱਲ ਹੋਰ ਪਾਸੇ ਧਿਆਨ ਹੋਣਾ, ਦੇਵੀ ਦੇਵਤਿਆਂ ਦੀ ਪੂਜਾ ਵੱਲ, ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਸਮਝੋ ਵੀ ਪਰਾਏ ਪੁਰਖਾਂ ਵੱਲ ਤੱਕਣਾ ਹੈ, ਉਹਨਾਂ ਦੀ ਸੇਵਾ ਕਰਨੀ ਹੈ। ਸੋ ਇਸ ਪ੍ਰਕਾਰ ਦੇ ਨਾਲ ਇਹ ਕੂੜਿਆਰ ਕੂੜ ਝੂਠ ਦਾ ਘਰ ਹੀ ਬਣ ਗਿਆ। ਜਿਵੇਂ ਕੂੜੇਦਾਨ 'ਚ ਸਾਰੇ ਘਰ ਦੀ ਗੰਦਗੀ ਇਕੱਠੀ ਕਰੀ ਦੀ, ਕਹਿੰਦੇ ਗੰਦਗੀ ਦਾ ਹੀ ਘਰ ਬਣ ਗਿਆ। ਮਾੜੇ ਤੋਂ ਮਾੜਾ ਕਰਮ ਕਰਦਾ, ਝੂਠ ਬੋਲਦਾ, ਚੋਰੀ ਕਰਦਾ, ਵਿਸ਼ੇ ਭੋਗਦਾ, ਨਿੰਦਾ ਕਰਦਾ, ਨਸ਼ੇ ਕਰਦਾ, ਲੜਾਈਆਂ ਕਰਦਾ, ਹਰ ਇੱਕ ਮਾੜੇ ਤੋਂ ਮਾੜਾ ਕਰਮ ਕਰਕੇ ਮਾਨੋ ਵੀ ਕੂੜੇਦਾਨ ਹੀ ਬਣ ਗਿਆ ਹੈ। ਇਹਨੂੰ ਝੂਠੇ ਵਿਕਾਰਾਂ ਨੇ ਲੁੱਟ ਲਿਆ, ਇਹਦੇ ਅੰਦਰ ਚੰਗਾ ਗੁਣ ਕੋਈ ਰਹਿਣ ਹੀ ਨਾ ਦਿੱਤਾ, ਜਿਸ ਕਰਕੇ ਫਿਰ ਦੁਖੀ ਹੁੰਦਾ, ਜੰਮਣ ਮਰਨ ਵਿੱਚ ਪੈਂਦਾ ਹੈ। ਉਹਨਾਂ ਨੂੰ ਸਾਹਿਬ ਕਹਿੰਦੇ ਵੀ ਇਸ ਤੋਂ ਉਲਟ ਦੂਜੇ ਪਾਸੇ ਲਾਹਾ ਲੈਣ ਵਾਲੇ ਵੀ ਹਨ। ਸਾਰੇ ਲੁੱਟੇ ਹੀ ਨਹੀਂ ਜਾਂਦੇ, ਮੁਨਾਫਾ ਵੀ ਖੱਟਦੇ ਨੇ ਕਈ। ਜਿਵੇਂ ਕਈ ਵਪਾਰੀ ਰਹਿੰਦੇ ਸਾਡਾ ਬਣਿਆ ਕੁਝ ਨਹੀਂ, ਕਈ ਇਹੋ ਜਿਹੇ ਉਹਨਾਂ ਦਾ ਕੰਮ ਵੱਧਦਾ ਵੀ ਜਾਂਦਾ ਹੈ। ਕੰਮ ਤਾਂ ਉਹੀ ਸਮਾਂ ਦੇ ਉਹੀ ਹੈ। ਹੁਣ ਕਈ ਐਸੇ ਨੇ ਉਹਨਾਂ ਦੇ ਵਪਾਰ ਚੰਗੇ ਚੱਲ ਰਹੇ ਆ, ਕਈ ਕਹਿੰਦੇ ਵੀ ਸਾਡਾ ਤੇ ਪਹਿਲਾਂ ਵੀ ਗਵਾਚ ਗਿਆ। ਇਸੇ ਤਰ੍ਹਾਂ ਹੀ ਧਰਮ ਦੇ ਵਿੱਚ ਹੈ, ਕਿਉਂਕਿ ਵਪਾਰ ਦਾ ਹੀ ਮਹਾਰਾਜ ਸਾਹਿਬ ਜੀ ਨੇ ਇੱਥੇ ਪ੍ਰਕਰਨ ਲਿਆ ਵੀ ਇੱਕ ਤਾਂ ਝੂਠੇ ਕਰਮਾਂ 'ਚ ਲੱਗੇ, ਮਾੜੇ ਪਾਸੇ ਲੱਗੇ, ਮਾੜਾ ਸੌਦਾ ਵੇਚਣ ਦੀ ਨਿਆਈ, ਉਹ ਤਾਂ ਬਸ ਲੁੱਟੇ ਗਏ। ਇੱਕ ਦੂਜੇ ਪਾਸੇ ਹਨ ਜਿਨ੍ਹਾਂ ਨੇ ਲਾਭ ਲੈ ਲਿਆ, ਲਾਹਾ ਅਹੇ ਨਿਸ ਨੌ ਤਨਾ, ਉਹਨਾਂ ਨੂੰ ਨਿਤ ਨਵੀਨ ਵਾਹਿਗੁਰੂ ਦੇ ਨਾਮ ਨੂੰ ਜਪਣ ਕਰਕੇ ਲਾਭ ਪ੍ਰਾਪਤ ਹੋਇਆ। ਸਦਾ ਹੀ ਆਨੰਦ ਮਾਣਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ, ਉਹ ਰਾਤ ਦਿਨ ਆਨੰਦ ਵਿੱਚ ਰਹਿੰਦੇ ਹਨ। ਨਾ ਪਰਖੇ ਰਤਨ ਵਿਚਾਰ। ਕੌਣ ਰਹਿੰਦੇ ਹਨ? ਪਰਖੇ ਰਤਨ ਵਿਚਾਰ, ਜਿਹੜੇ ਵਿਚਾਰ ਕੇ ਸਮਝ ਕੇ ਪਰਖ ਕਰਦੇ ਨੇ ਵੀ ਜਿਹੜਾ ਗੁਰਾਂ ਦਾ ਸ਼ਬਦ ਰੂਪੀ ਰਤਨ ਹੈ, ਇਹ ਸਾਡੇ ਮਨ 'ਚ ਵਸਿਆ ਕਿ ਨਹੀਂ ਵਸਿਆ। ਬਾਣੀ ਤਾਂ ਅਸੀਂ ਸੁਣ ਹੀ ਰਹੇ ਹਾਂ, ਕਥਾ ਵੀ ਸੁਣਦੇ ਕਰਦੇ, ਕੀਰਤਨ ਕਰਦੇ ਵੀ ਹੈ, ਸੁਣਦੇ ਵੀ ਹੈ, ਪਾਠ ਹੋ ਵੀ ਰਹੇ ਨੇ। ਇਹ ਜੋ ਮਹਾਰਾਜ ਕਹਿ ਰਹੇ ਨੇ ਉਹ ਵਿਚਾਰਦੇ ਨੇ, ਪਰਖ ਕਰਦੇ ਨੇ ਵੀ ਭਲਾ ਇਹ ਮੇਰੇ ਅੰਦਰ ਵਸਿਆ, ਮੇਰੇ ਕੋਈ ਫਰਕ ਪਿਆ ਜੀਵਨ 'ਚ, ਮੇਰਾ ਮਨ ਭਟਕਣੋਂ ਹਟਿਆ ਜਾਂ ਨਹੀਂ ਹਟਿਆ, ਇਹ ਇੱਧਰ ਉੱਧਰ ਭਟਕਦਾ ਜਾਂ ਹਾਲਾਂ ਵੀ ਤੇ ਜਾਂ ਰੁਕ ਗਿਆ। ਪਹਿਲਾਂ ਮਨ 'ਚ ਮਾੜੇ ਹੀ ਫੁਰਨੇ ਆਉਂਦੇ ਸੀ, ਹੁਣ ਉਹਨਾਂ ਦਾ ਫਰਕ ਪਿਆ ਕੁਝ। ਇੱਦਾਂ ਵਿਚਾਰਦੇ ਨੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਦੁਆਰਾ। ਰਤਨ ਹੁੰਦਾ ਹੈ ਅਮੋਲਕ ਵਸਤੂ ਦਾ ਨਾਮ, ਇੱਥੇ ਗੁਰ ਕਾ ਸ਼ਬਦ ਰਤਨ ਹੈ। ਗੁਰੂ ਸਾਹਿਬ ਦਾ ਜੋ ਸ਼ਬਦ ਰਤਨ ਹੈ, ਇਹਨੂੰ ਆਪਣੇ ਦਿਲ 'ਚ ਵਸਾ ਕੇ ਫਿਰ ਪਰਖ ਕਰਦੇ ਨੇ ਵੀ ਮਹਾਰਾਜ ਦਾ ਸ਼ਬਦ ਜੋ ਉਪਦੇਸ਼ ਹੈ ਇਹ ਮੈਂ ਸੁਣਿਆ, ਹੁਣ ਇਹਦੇ ਦੁਆਰਾ ਮੇਰੇ ਅੰਦਰ ਨਾਮ ਚੱਲ ਪਿਆ। ਜਦੋਂ ਮੈਂ ਨਾਮ ਜਪਦਾ ਹਾਂ ਮੇਰਾ ਮਨ ਟਿਕਦਾ, ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ, ਜਾਂ ਹਜੇ ਵੀ ਵਾਸੀਆਂ ਹੀ ਆਉਂਦੀਆਂ ਨੇ ਵੀ ਕਿੱਥੇ ਲੱਗ ਗਏ। ਇਵੇਂ ਜਿਹੜੇ ਪਰਖ ਕਰਦੇ ਹਨ, ਪਰਖਣਾ ਦਾ ਆਪਣਾ ਜੀਵਨ ਪਰਖਿਆ ਕਰੋ। ਸਾਡਾ ਭਾਵ ਹੈ, ਸਾਡਾ ਸੁਭਾਅ, ਅਸੀਂ ਦੂਜਿਆਂ ਨੂੰ ਪਰਖਦੇ ਹਾਂ। ਇਹਨੇ ਕੱਪੜੇ ਕਿਹੋ ਜਿਹੇ ਪਾਏ, ਇਹ ਕਿਧਰ ਨੂੰ ਚਲੇ ਗਿਆ, ਇਹ ਕਰਤਾ, ਦੂਜਿਆਂ ਦੀ ਪਰਖ ਬੜੀ ਕਰਦੇ ਆ। ਇਹ ਕੀ ਕਰਦਾ, ਅੱਜ ਕਿਧਰ ਨੂੰ ਚੱਲੇ, ਇਕੱਠੇ ਹੋ ਕੇ ਇਹੋ ਕੁਝ ਹੀ ਵੇਖਦੇ ਸੋਚਦੇ ਆ ਲੋਕ। ਜੇ ਕੋਈ ਲੰਘ ਜੇ ਕਹਿੰਦੇ ਅੱਜ ਇਹ ਕਿਧਰ ਨੂੰ ਲਿਸ਼ਕ ਪੁਸ਼ਕ ਕੇ ਜਾ ਰਿਹਾ, ਅੱਜ ਇਹ ਇਕੱਠੇ ਹੋ ਕੇ ਕਿਧਰ ਤੁਰੇ ਫਿਰਦੇ ਆ। ਜਿੱਥੇ ਤੂੰ ਤੁਰਿਆ ਫਿਰਦਾ ਭਲਿਆ ਉੱਥੇ ਉਹੀ ਫਿਰਦੇ ਆ, ਕਿ ਤੂੰ ਕਿਹੜਾ ਚੰਨ ਤੇ ਬੈਠਾ ਹੈ। ਜਦੋਂ ਆਪਾਂ ਦੂਜਿਆਂ ਵੱਲ ਪਰਖਾਂਗੇ, ਵੇਖਾਂਗੇ, ਸਾਨੂੰ ਆਪਣਾ ਨਹੀਂ ਪਤਾ ਲੱਗੂਗਾ। ਜਿੰਨਾ ਚਿਰ ਆਪਾਂ ਆਕਾਸ਼ ਵੱਲ ਵੇਖਾਂਗੇ ਸਾਡਾ ਸਰੀਰ ਨਹੀਂ ਸਾਨੂੰ ਦਿਖੂਗਾ, ਪੈਰਾਂ ਵੱਲ ਵੇਖੋ ਸਾਰਾ ਸਰੀਰ ਦਿਖੂਗਾ, ਅੰਗ ਦਿਖ ਪੈਣਗੇ। ਇਵੇਂ ਆਪਣੀ ਪਰਖ ਕਰੋ, ਆਪਣੀ ਘੋਖ ਕਰੋ, ਵਿਚਾਰ ਕਰੋ ਵੀ ਮੈਂ ਜਦੋਂ ਦਾ ਜੰਮਿਆ ਅੱਜ ਕਿੰਨੇ ਸਾਲ ਹੋ ਗਏ ਆ, ਇੰਨੇ ਸਾਲਾਂ 'ਚ ਇੰਨੇ ਦਿਨ ਲੰਘ ਗਏ ਆ। ਦਿਨ ਦੇ ਸਵਾਸ ਵੀ ਗਿਣੋ ਵੀ ਕਿੰਨੇ ਸਵਾਸ ਹੁੰਦੇ ਆ, 24,000 23,000 ਇਹਦੇ ਕਰੀਬ ਸਵਾਸ ਜਿਹੜੇ ਮੰਨੇ ਹਨ। ਕਹਿੰਦੇ ਵੀ ਇਹ ਜਿਹੜੇ ਸਵਾਸ ਹਨ ਇਹਨਾਂ ਦਾ ਮੈਂ ਕੀਤਾ ਕੀ ਹੈ ਹੁਣ ਤੀਕਰ, ਸੁੱਤਾ ਕਿੰਨਾ ਚਿਰ ਹੈ, ਖਾਣ ਪੀਣ 'ਚ ਕਿੰਨੀ ਜ਼ਿੰਦਗੀ ਲੰਘਾ ਦਿੱਤੀ ਹੈ, ਫਾਲਤੂ ਦੀਆਂ ਗੱਲਾਂ ਕਿੰਨਾ ਚਿਰ ਕੀਤੀਆਂ, ਟੀਵੀ ਵੇਖਣ ਲੱਗ ਪਿਆ, ਇੱਧਰ ਉੱਧਰ ਦੋਸਤਾਂ ਨਾਲ
ਸੱਜਣਾ ਮਿੱਤਰਾਂ ਸਹੇਲੀਆਂ ਸਖੀਆਂ ਨਾਲ ਇੱਧਰ ਉੱਧਰ ਕਿੰਨਾ ਚਿਰ ਭਟਕ ਲਿਆ, ਨਿੰਦਾ ਕਿੰਨਾ ਚਿਰ ਕਰ ਲਈ, ਆ ਇੱਧਰ ਉੱਧਰ ਦੇ ਫਜ਼ੂਲ ਕੰਮਾਂ ਦੇ ਵਿੱਚ ਕਿੰਨਾ ਸਮਾਂ ਲੰਘਾ ਲਿਆ। ਕਹਿੰਦੇ ਪਰਖ ਕੇ ਤਾਂ ਵੇਖੋ ਕਿਸੇ ਦਿਨ, ਫਿਰ ਅਖੀਰ 'ਚ ਪਤਾ ਲੱਗੂ ਵੀ ਕੀਤਾ ਤੇ ਮੈਂ ਕੁੱਖ ਵੀ ਨਹੀਂ। ਸਮਾਂ ਤੇ ਸਾਰਾ ਐਵੇਂ ਹੀ ਲੰਘਾ ਲਿਆ, ਕਦੀ ਤਮਾਸ਼ੇ ਵੇਖ ਲਏ, ਕਦੀ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ। ਹੁਣ ਫੋਨ ਚੱਲ ਪਏ ਐ, ਹੁਣ ਫੋਨਾਂ ਦੇ ਹੋਰ ਸਮਾਂ ਨਾਲ ਜੁੜ ਗਿਆ। ਕਹਿੰਦੇ ਵੇਖ ਵਿਚਾਰ ਕੇ ਭਲਿਆ, ਪਰਖ ਕੇ ਵੇਖ ਕਿ ਤੂੰ ਜ਼ਿੰਦਗੀ ਦੇ ਵਿੱਚ ਕੀਤਾ ਕੀ ਹੈ। ਫੋਨ ਤਾਂ ਸਾਰੇ ਹੀ ਸੁਣੀ ਫਿਰਦੇ, ਚੱਕੀ ਫਿਰਦੇ ਐ, ਨੱਚਦੇ ਟੱਪਦੇ ਤਾਂ ਸਾਰੇ ਹੀ ਆ ਦੁਨੀਆ ਦੇ ਲੋਕ। ਕਹਿੰਦਾ ਵੀ ਮੈਂ ਪਰਿਵਾਰ ਪਾਲਦਾ, ਮੈਂ ਘਰ ਬਣਾਇਆ। ਕਹਿੰਦੇ ਇਹ ਵੀ ਤਾਂ ਸਾਰੇ ਬਣਾਉਂਦੇ, ਤਾਂ ਇਹਦਾ ਪੰਛੀ ਵੀ ਬਣਾ ਲੈਂਦੇ, ਤੂੰ ਕੋਈ ਨਵੀਂ ਗੱਲ ਕੀਤੀ, ਤੂੰ ਇਹ ਤੋਂ ਅਲੱਗਾ ਕੀ ਕੀਤਾ ਹੈ। ਘਰ ਬਣਾਉਣ ਤੋਂ ਬੱਚੇ ਤਾਂ ਜਿਹੜੇ ਉਹ ਪਸ਼ੂਆਂ ਦੇ ਵੀ ਪਲਦੇ ਹੀ ਆ, ਉਹਨਾਂ ਦੇ ਬੱਚੇ ਵੀ ਪਲਦੇ ਆ। ਇਸ ਤੋਂ ਇਲਾਵਾ ਤੂੰ ਕੋਈ ਨੇਕ ਕਰਮ, ਕੋਈ ਸੇਵਾ, ਕੋਈ ਸਿਮਰਨ, ਕਹਿੰਦੇ ਉਹ ਨਹੀਂ ਕੀਤਾ। ਕਹਿੰਦੇ ਇਹੀ ਪਰਖ ਕਰ, ਫਿਰ ਵੀ ਪਰਖ ਕਰਿਆ ਕਰ। ਮਹਾਰਾਜ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਿਆ ਕਰ। ਨਾਮ ਰੂਪੀ ਰਤਨ ਮੇਰੇ ਹਿਰਦੇ 'ਚ ਵਸਿਆ ਕਿ ਨਹੀਂ ਵਸਿਆ, ਫਿਰ ਤੈਨੂੰ ਸਦਾ ਹੀ ਆਨੰਦ ਹੋਊਗਾ, ਸਦਾ ਹੀ ਨਵਾਂ ਲਾਭ ਹੋਵੇਗਾ। ਜਿਵੇਂ ਪ੍ਰੋਫਿਟ ਹੋਣ ਨਾਲ, ਪੈਸਿਆਂ ਦਾ ਮੁਨਾਫਾ ਹੋਣ ਨਾਲ ਖੁਸ਼ ਹੋਈਦਾ, ਤਨਖਾਹ 'ਚ ਵਾਧਾ ਲੱਗਣ ਨਾਲ ਖੁਸ਼ ਹੁੰਦਾ, ਬੰਦੇ ਨੂੰ 4 ਪੈਸੇ ਆ ਜਾਣ, ਕਣਕ ਚੰਗੀ ਹੋਵੇ, ਵਪਾਰ ਸੋਹਣਾ ਹੋਵੇ, ਦੁਕਾਨ ਵਧੀਆ ਚੱਲੇ। ਕਹਿੰਦੇ ਵੀ ਜਿੰਨੇ ਵੀ ਕੰਮ ਹੈ, ਜਦੋਂ ਕੋਈ ਬਹੁਤਾ ਲਾਭ ਰੋਜ਼ ਹੀ ਹੁੰਦਾ ਰਵੇ ਤੇ ਖੁਸ਼ ਹੁੰਦਾ, ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਇੱਥੋਂ ਤੀਕਰ ਵੀ ਜਦੋਂ ਕੋਈ ਵਾਧਾ ਲੱਗਦਾ ਏ ਜਾਂ ਕਿਸੇ ਨੂੰ ਬਹੁਤਾ ਹੀ ਲਾਭ ਹੋਵੇ ਤੇ ਪਾਰਟੀਆਂ ਕਰਦੇ ਨੇ। ਕਹਿੰਦੇ ਵੀ ਇਦਾਂ ਦਾ ਰੋਜ਼ ਹੀ ਲਾਭ ਹੋਊਗਾ ਤੈਨੂੰ, ਉਹ ਤਾਂ ਕਦੀ ਕਦਾਈ ਮਿਲੂਗਾ ਨਾ। ਇਧਰ ਤਾਂ ਨੇਤੀ ਲਾਭ, ਨੇਤੀ ਕਹਿੰਦੇ ਖੁਸ਼ੀਆਂ, ਨੇਤੀ ਆਨੰਦ ਮਿਲੂਗਾ ਜੇ ਪਰਖ ਕਰਕੇ ਨਾਮ ਜਪੇਗਾ। ਵਸਤਲ ਹੈ ਘਰ ਆਪਣੇ, ਫਿਰ ਆਪਣੇ ਘਰ ਚੋਂ ਹੀ ਤੇਰੇ ਅੰਦਰ ਧਿਆਨ ਜੜੂ, ਤੈਨੂੰ ਉਹ ਵਸਤੂ ਘਰੋਂ ਹੀ ਲੱਭ ਲੂ। ਪਹਿਲਾਂ ਤਾਂ ਬੰਦੇ ਨੂੰ ਘਰ ਵਿੱਚ ਪਈ ਵਸਤੂ ਹੀ ਜਿਹੜੀ ਆ ਨਾ, ਕਈ ਵਾਰ ਲੱਭਦੀ ਨਹੀਂ। ਅੰਦਰ ਘਰੇ ਹੀ ਸਭ ਕੁਝ ਪਿਆ ਹੁੰਦਾ, ਉਹ ਫਿਰ ਲੱਭਦਾ ਨਹੀਂ ਹੈ, ਕਹਿੰਦਾ ਵੀ ਹੈ ਹੀ ਨਹੀਂ। ਕਹਿੰਦੇ ਵੀ ਜਦੋਂ ਸੋਝੀ ਆ ਗਈ, ਨਾਮ ਜਪੇਗਾ, ਚਾਨਣ ਹੋਵੇਗਾ, ਫਿਰ ਉਹ ਆਤਮਕ ਆਨੰਦ ਰੂਪੀ ਵਸਤੂ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਵੇਂਗਾ। ਅੰਦਰੋਂ ਹੀ ਆਨੰਦ ਮਿਲੂਗਾ। ਜਿਹੜਾ ਆਨੰਦ ਲੈਣ ਨੂੰ ਬਾਹਰ ਭਟਕਦਾ ਸੀ ਨਾ, ਉਹ ਆਨੰਦ ਤੈਨੂੰ ਅੰਦਰ ਜਦੋਂ ਬਿਰਤੀ ਕਰਕੇ ਵੇਖੀ, ਤੂੰ ਅੰਦਰ ਟਿਕਿਆ, ਕਹਿੰਦੇ ਉਹ ਆਤਮਕ ਆਨੰਦ ਰੂਪੀ ਵਸਤੂ ਪ੍ਰਾਪਤ ਹੋ ਜਾਵੇਗੀ। ਚੱਲ ਕਾਰਜ ਸਾਜ, ਆਪਣਾ ਜ਼ਿੰਦਗੀ ਦਾ ਜੀਵਨ ਮੁਕਤੀ ਰੂਪੀ ਕਾਰਜ ਸਵਾਰ ਕੇ ਫਿਰ ਚੱਲੇਗਾ ਸੰਸਾਰ ਤੋਂ। ਜਾਂ ਸੰਸਾਰ ਵਿੱਚ ਜਿਹੜਾ ਚੱਲਣਾ ਹੈ ਵੀ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਸੱਚਖੰਡ ਵਿੱਚ ਬਿਰਤੀ ਠਹਿਰਾ ਕੇ ਚੱਲੇਗਾ। ਜੀਵਨ ਰੂਪੀ ਕਾਰਜ ਸਵਰਜੂ, ਮੁਕਤ ਰੂਪੀ ਕਾਰਜ, ਜਿਹੜਾ ਕੰਮ ਕਰਨ ਆਇਆ ਹੈ ਸੰਸਾਰ ਵਿੱਚ, ਉਹ ਕੰਮ ਕਰਕੇ ਫੇਰ ਤੂੰ ਸੰਸਾਰ ਦੇ ਵਿੱਚ ਚੱਲੇਗਾ। ਵਣਜਾਰਿਆ ਸਿਉ ਵਣਜ ਕਰ, ਮਹਾਰਾਜ ਇਹ ਲਾਭ ਕਿਵੇਂ ਹੁੰਦਾ? ਕਹਿੰਦੇ ਵਣਜਾਰਿਆਂ ਨਾਲ ਮਿਲ ਕੇ ਵਣਜ ਵਪਾਰ, ਇਹ ਸੌਦਾ ਖਰੀਦਣਾ ਕਰ। ਵਣਜਾਰੇ ਕੌਣ ਨੇ? ਜਿਹੜੇ ਗੁਰਮੁਖ ਪਿਆਰੇ ਨਾਮ ਬਿਆਸੀ, ਉਹ ਵਣਜਾਰੇ ਹਨ। ਉਹਨਾਂ ਨਾਲ ਮਿਲ ਕੇ ਜਿਹੜਾ ਨਾਮ ਰੂਪੀ ਸੌਦਾ ਖਰੀਦਣਾ ਹੈ, ਸ਼ਰਧਾ ਰੂਪੀ ਪੂੰਜੀ ਦੇ ਨਾਲ ਇਹ ਵਣਜ ਵਪਾਰ ਕਰਿਆ ਕਰ। ਉਹਨਾਂ ਨਾਲ ਮਿਲ ਕੇ ਨਾਮ ਜਪਿਆ ਸੁਣਿਆ ਕਰ। ਗੁਰਮੁਖ ਬ੍ਰਹਮ ਵਿਚਾਰ, ਤੇ ਗੁਰਮੁਖ ਮੁਖੀ ਗੁਰੂ ਸਾਹਿਬ ਜੀ ਦੇ ਦੁਆਰਾ ਬ੍ਰਹਮ ਪਰਮੇਸ਼ਰ ਦੀ ਹੀ ਵਿਚਾਰ ਕਰ ਵੀ ਸਾਰਿਆਂ 'ਚ ਤਾਂ ਬ੍ਰਹਮ ਹੀ ਵਸ ਰਿਹਾ, ਫਿਰ ਅਸੀਂ ਕਾਹਤੋਂ ਐਵੇਂ ਸ਼ਰੀਕੇ ਬਾਜ਼ੀਆਂ ਕਰਦੇ, ਐਵੇਂ ਲੜਾਈ ਝਗੜਿਆਂ 'ਚ ਪਏ ਹੋਏ ਆ। ਐਵੇਂ ਮੁਖੀ ਗੁਰੂ ਸਾਹਿਬ ਦੁਆਰਾ ਨਾਮ ਦਾ ਵਣਜ ਵਪਾਰ ਕਰ, ਬ੍ਰਹਮ ਦੀ ਵਿਚਾਰ ਕਰ। ਵਿਚਾਰ ਕਰੇਗਾ ਤੈਨੂੰ ਬ੍ਰਹਮ ਪ੍ਰਾਪਤ ਹੋ ਜਾਵੇਗਾ, ਵਿਆਪਕ ਪਰਮੇਸ਼ਰ ਪ੍ਰਾਪਤ ਹੋਵੇਗਾ। ਸੰਤਾਂ ਸੰਗਤ ਪਾਈ, ਪਰ ਇਹ ਲਾਭ ਕਿਵੇਂ ਪਾਈਦਾ? ਸੰਤਾਂ ਦੀ ਸੰਗਤ ਵਿੱਚੋਂ ਹੀ ਲਾਭਦਾਇਕ ਸੌਦਾ ਵਾਹਿਗੁਰੂ ਦਾ ਨਾਮ ਪ੍ਰਾਪਤ ਕਰੀਦਾ ਹੈ। ਜੇ ਮੇਲੀ ਮੇਲਣ ਹੈ, ਪਰ ਸੰਤਾਂ ਦੀ ਸੰਗਤ ਨਾਲ ਵੀ ਤਾਂ ਮਿਲੀਦਾ ਜੇ ਮੇਲਣਹਾਰ ਪਰਮੇਸ਼ਰ ਆਪ ਕਿਰਪਾ ਕਰਕੇ ਸੰਗਤ ਨਾਲ ਮੇਲ ਦੇਵੇ। ਜਾਂ ਕਹਿੰਦੇ ਵੀ ਜਿਹੜਾ ਵਾਹਿਗੁਰੂ ਹੈ, ਜੇ ਉਹ ਸੰਗਤ ਦੇ ਵਿੱਚ ਮੇਲ ਲਵੇ, ਸਤ ਸੰਗਤ ਜਿੱਥੇ ਸਤਿਗੁਰੂ ਸਾਹਿਬ ਜੀ ਵਸਦੇ ਹਨ, ਤਾਂ ਸਤਿਗੁਰੂ ਸਾਹਿਬ ਜੀ ਜੋ ਸੰਤ ਰੂਪ ਨੇ, ਉਹ ਵਾਹਿਗੁਰੂ ਨਾਲ ਮੇਲਣਹਾਰ ਹੁੰਦੇ ਨੇ, ਵਾਹਿਗੁਰੂ ਨਾਲ ਮਿਲਾ ਦਿੰਦੇ। ਵਾਹਿਗੁਰੂ ਕਿਰਪਾ ਕਰੇ ਤੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ। ਸੰਗਤ ਵਿੱਚ ਗੁਰੂ ਸਾਹਿਬ ਜੀ ਵਸਦੇ ਨੇ, ਗੁਰੂ ਸਾਹਿਬ ਕਿਰਪਾ ਕਰਨ ਤਾਂ ਫਿਰ ਵਾਹਿਗੁਰੂ ਨਾਲ ਮੇਲ ਦਿੰਦੇ ਹਨ। ਇਸ ਤਰ੍ਹਾਂ ਦਾ ਹੀ ਸਾਧ ਸੰਗਤ ਇਹ ਸਾਰਾ ਕੌਤਕ ਹੈ। ਪਰਮੇਸ਼ਰ ਆਪ ਰਹਿਮਤ ਕਰਕੇ ਸੰਤਾਂ ਭਗਤਾਂ ਸਤਿਗੁਰਾਂ ਦੀ ਸੰਗਤ ਨਾਲ ਮੇਲਦਾ,
ਸੰਤ ਭਗਤ ਗੁਰੂ ਸਾਹਿਬ ਰਹਿਮਤ ਕਰਕੇ ਉਸ ਵਾਹਿਗੁਰੂ ਨਾਲ ਮੇਲ ਦਿੰਦੇ ਨੇ, ਸਿੱਧਾ ਨਹੀਂ ਪਰਮੇਸ਼ਰ ਮੇਲਦਾ, ਕਿਉਂਕਿ ਸੰਤਾਂ ਭਗਤਾਂ ਦੇ ਰਾਹੀਂ ਹੀ ਉਹਨੇ ਸਾਰੀ ਮਰਿਆਦਾ ਰੱਖੀ ਹੋਈ ਹੈ। ਮਿਲਿਆ ਹੋਈ ਨਾ ਵਿਛੜੈ। ਫਿਰ ਜਿਹੜਾ ਇੱਕ ਵਾਰਾਂ ਗੁਰਾਂ ਦੀ ਕਿਰਪਾ ਨਾਲ ਮਿਲਿਆ ਹੋਵੇਗਾ ਨਾ ਵਾਹਿਗੁਰੂ ਨਾਲ, ਜਿਹੜਾ ਮਿਲਿਆ ਜੀਵ ਹੈ ਭਾਈ, ਜੇ ਤੂੰ ਮਿਲ ਜਾਵੇਂਗਾ ਫਿਰ ਵਿਛੋੜਾ ਨਹੀਂ ਹੋਊ। ਵਿਛੋੜਾ ਭਾਵ ਕਿ ਵੱਖ ਨਹੀਂ ਹੋਵੇਗਾ, ਵਾਹਿਗੁਰੂ ਦਾ ਰੂਪ ਹੋ ਕੇ ਰਹਿ ਜਾਵੇਂਗਾ। ਜਿਸ ਅੰਤਰ ਜੋਤ ਅਪਾਰ। ਪਰ ਮਿਲਦਾ ਕੌਣ ਹੈ? ਵਿਛੜਨ ਤੋਂ ਰਹਿਤ ਕੌਣ ਹੁੰਦਾ? ਜਿਹਦੇ ਅੰਦਰ ਜੋਤ ਅਪਾਰ ਅਪਾਰ ਪਾਰਾਵਾਰ ਤੋਂ ਰਹਿਤ ਜੋਤੀ ਸਰੂਪ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਆਈ ਹੈ। ਜਿਹੜੀ ਜੋਤ ਸੂਰਜ ਨੂੰ ਪ੍ਰਕਾਸ਼ ਦੀ ਹੈ, ਚੰਦਰਮਾ ਨੂੰ ਪ੍ਰਕਾਸ਼ ਦੀ ਹੈ, ਤਾਰੇ ਬਿਜਲੀ ਅੱਗ ਆਦਿਕ ਜਿਸ ਵਾਹਿਗੁਰੂ ਦੀ ਜੋਤ ਕਰਕੇ ਪ੍ਰਕਾਸ਼ ਕਰ ਰਹੇ ਨੇ, ਜਿਹਦੀ ਜੋਤ ਕਰਕੇ ਅੱਖਾਂ ਵੇਖਦੀਆਂ, ਕੰਨ ਸੁਣਦੇ, ਹੱਥ ਕੰਮ ਕਰਦੇ, ਸਰੀਰ ਸਾਡਾ ਚੱਲਦਾ, ਜ਼ਬਾਨ ਬੋਲਦੀ ਹੈ, ਤੱਤੇ ਠੰਡੇ ਨੂੰ ਅਨੁਭਵ ਕਰਦੀ ਹੈ, ਤੇ ਖੱਟੇ ਮਿੱਠੇ ਦਾ ਰਸ ਮਾਣਦੀ ਹੈ। ਕਹਿੰਦੇ ਵੀ ਉਸ ਵਾਹਿਗੁਰੂ ਜੋਤੀ ਸਰੂਪ ਦੇ ਆਸਰੇ ਜੋ ਸਰੀਰ ਚੱਲ ਰਿਹਾ, ਉਹ ਅਪਾਰ ਬੇਅੰਤ ਜੋਤ ਸਰੂਪ ਵਾਹਿਗੁਰੂ ਜਦੋਂ ਆਪਣੇ ਅੰਦਰ ਅਨੁਭਵ ਕਰ ਲਿਆ, ਵੇਖ ਲਿਆ ਵੀ ਇਹ ਮੇਰੀ ਜੋ ਆਤਮਾ ਹੈ ਇਹ ਪਰਮਾਤਮਾ ਦੀ ਹੀ ਤਾਂ ਅੰਸ਼ ਹੈ, ਫਿਰ ਵਿਛੋੜਾ ਨਹੀਂ ਹੋਵੇਗਾ। ਸਚੈ ਆਸਣ ਸਚ ਰਹਿ। ਫਿਰ ਉਹ ਜਿਹੜੇ ਪੁਰਖ ਨੇ ਨਾ, ਸੱਚਾ ਆਸਣ ਸੱਚ ਰਹਿ, ਸੱਚ ਨਿਸ਼ਚੈ ਕਰਕੇ ਜੋ ਸੱਚਾ ਆਸਣ ਹੈ ਸਵੈ ਸਰੂਪ ਵਿੱਚ ਟਿਕਣਾ, ਸੱਚਾ ਆਸਣ ਹੈ ਵਾਹਿਗੁਰੂ ਦੇ ਚਰਨਾਂ 'ਚ ਜੋ ਲੀਨ ਹੋਣਾ। ਆਸਣ ਉਹਨੂੰ ਕਹਿੰਦੇ ਜਿੱਥੇ ਆਪਾਂ ਬਹਿਨੇ ਆ। ਜਿਹੜੇ ਗੁਰਮੁਖ ਹਨ ਉਹਨਾਂ ਦਾ ਆਸਣ ਕਿੱਥੇ ਹੋ ਜਾਂਦਾ? ਸਦਾ ਤੁਰਿਆ ਅਵਸਥਾ, ਰਜੋ ਤਮੋ ਸਤੋ, ਇਹ ਤਿੰਨ ਗੁਣਾਂ ਤੋਂ ਉੱਪਰ ਦੀ ਜਿਹੜੀ ਅਵਸਥਾ ਹੈ, ਜਿਹਨੂੰ ਚੌਥਾ ਪਦ ਵੀ ਕਹਿੰਦੇ ਨੇ ਤੇ ਤੁਰਿਆ ਅਵਸਥਾ ਵੀ ਕਹਿੰਦੇ ਨੇ। ਅਰਥ ਕੋਈ ਹੈ ਵੀ ਤਿੰਨਾਂ ਗੁਣਾਂ ਤੋਂ ਉੱਪਰ ਦੀ ਬਿਰਤੀ ਉਸ ਆਸਣ ਦੇ ਵਿੱਚ ਸਦਾ ਹੀ ਟਿਕੇ ਰਹਿੰਦੇ ਹਨ। ਸੱਚਾ ਪ੍ਰੇਮ ਪਿਆਰ। ਸੱਚਾ ਪ੍ਰੇਮ, ਜਿਨ੍ਹਾਂ ਦਾ ਸੱਚੇ ਨਾਲ ਸੱਚਾ ਹੀ ਪ੍ਰੇਮ ਹੈ, ਫਿਰ ਵਾਹਿਗੁਰੂ ਵੀ ਉਹਨਾਂ ਨਾਲ ਪਿਆਰ ਕਰਦਾ ਹੈ। ਜਾਂ ਸੱਚਾ ਆਸਣ, ਉਹ ਗੁਰਮੁਖ ਸਦਾ ਹੀ ਸੱਚੇ ਆਸਣ ਤੇ ਆਪਣੇ ਸਰੂਪ ਦੇ ਵਿੱਚ ਟਿਕੇ ਰਹਿੰਦੇ ਨੇ। ਸੱਚ ਰਹਿ, ਸਦਾ ਸੱਚੇ ਵਾਹਿਗੁਰੂ ਦੇ ਚਰਨਾਂ 'ਚ ਲੀਨ ਰਹਿੰਦੇ ਹਨ। ਸੱਚਾ ਪ੍ਰੇਮ ਪਿਆਰ, ਸੱਚੇ ਵਾਹਿਗੁਰੂ ਦੇ ਹੀ ਪ੍ਰੇਮ ਨੂੰ, ਵਾਹਿਗੁਰੂ ਦੇ ਪਿਆਰ ਨੂੰ ਹੀ ਚਾਹੁੰਦੇ ਨੇ, ਵਾਹਿਗੁਰੂ ਨਾਲ ਹੀ ਪ੍ਰੇਮ ਪਿਆਰ ਕਰਦੇ ਨੇ। ਫਿਰ ਜਿਨੇ ਆਪ ਪਛਾਣਿਆ। ਜਿਨ੍ਹਾਂ ਜੀਵਾਂ ਨੇ ਆਪ ਆਪਣਾ ਆਪ ਵਾਹਿਗੁਰੂ ਦਾ ਰੂਪ ਕਰਕੇ ਪਛਾਣ ਲਿਆ, ਆਪਣੇ ਆਤਮੇ ਨੂੰ ਪਰਮਾਤਮਾ ਦੀ ਅੰਸ਼ ਸਮਝ ਲਿਆ, ਘਰ ਮਹਿਲ ਸੁਖਾਈ। ਉਹਨਾਂ ਨੇ ਮਨੁੱਖਾ ਜਨਮ ਰੂਪੀ ਘਰ ਦੇ ਵਿੱਚ ਹੀ ਹਿਰਦੇ ਰੂਪੀ ਮਹੱਲ ਜਿਹੜਾ ਹੈ, ਮਹੱਲ ਸਰੂਪ ਜਿਹੜਾ ਹੈ, ਸੋ ਥਾਏ ਸੋ ਸ੍ਰੇਸ਼ਟ ਥਾਂ ਸਾਧ ਸੰਗਤ ਹੈ। ਇਹ ਸਾਧ ਸੰਗਤ ਰੂਪੀ ਥਾਂ ਦੇ ਵਿੱਚ ਉਹਨਾਂ ਨੇ ਇਹ ਜਨਮ ਦੇ ਦੁਆਰਾ ਆਪਣੇ ਮਹੱਲ ਨੂੰ, ਆਪਣੇ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ। ਜਾਂ ਘਰ ਮਹਿ, ਘਰ ਸਰੀਰ ਦੇ ਵਿੱਚ ਹੀ, ਮਹਿਲ ਜਿਹੜਾ ਮਹੱਲ ਹੈ ਅੰਦਰ ਸਾਡਾ ਹਿਰਦਾ ਹੈ, ਸੋ ਥਾਏ ਇਹਦੇ ਵਿੱਚ ਹੀ ਉਹ ਸ੍ਰੇਸ਼ਟ ਥਾਂ ਹੈ ਜਿੱਥੇ ਵਾਹਿਗੁਰੂ ਦਾ ਵਾਸਾ ਹੈ। ਇਹ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਜਿਨ੍ਹਾਂ ਨੇ ਆਪਣਾ ਆਪ ਪਛਾਣਿਆ, ਉਹਨਾਂ ਨੂੰ ਅੰਦਰੋਂ ਹੀ ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਹੋ ਗਏ ਨੇ। ਸੱਚੀ ਸੇਤੀ ਰਤੇ। ਸੱਚੇ ਵਾਹਿਗੁਰੂ ਦੇ ਨਾਲ ਰੰਗੇ ਜਾਣ ਕਰਕੇ ਜਿਹੜੇ ਵਾਹਿਗੁਰੂ ਵਿੱਚ ਲੀਨ ਹੋ ਗਏ ਹਨ। ਸੱਚੂ ਪੱਲੇ ਪਾਈ। ਸੱਚੋ ਸੱਚ ਪਰਮੇਸ਼ਰ ਜੋ ਹੈ ਉਹ ਉਹਨਾਂ ਦੇ ਪੱਲੇ ਪੈ ਜਾਂਦਾ, ਭਾਵ ਕਿ ਵਾਹਿਗੁਰੂ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ, ਜਾਂ ਸੱਚੇ ਦਾ ਨਾਮ ਉਹਨਾਂ ਦੇ ਪੱਲੇ ਹਿਰਦੇ 'ਚ ਪੈ ਜਾਂਦਾ, ਵਸ ਜਾਂਦਾ ਏ। ਸੋ ਪ੍ਰਭ ਜਾਣੀ। ਜਦੋਂ ਸੱਚਾ ਪੱਲੇ 'ਚ ਪੈ ਗਿਆ, ਫਿਰ ਤਿੰਨਾਂ ਭਵਨਾਂ ਦੇ ਵਿੱਚ ਉਹ ਪਰਮੇਸ਼ਰ ਵਸਦਾ ਹੋਇਆ ਜਾਣੀਏ, ਜਾਣ ਲਈਦਾ ਹੈ ਵੀ ਵਾਹਿਗੁਰੂ ਹੀ ਆ ਤਿੰਨਾਂ ਲੋਕਾਂ ਵਿੱਚ। ਸਾਚੂ ਸਾਚਾ ਨਾਈ। ਸਾਚੋ ਸਾਚਾ ਨਾਏ, ਸੱਚੇ ਨਾਮ ਨੂੰ ਜਪਣ ਵਾਲੇ ਜਿਹੜੇ ਉਹ ਸਾਚੋ ਸੱਚੇ ਦਾ ਹੀ ਸਰੂਪ ਹੋ ਗਏ ਹਨ। ਧਨ ਖਰੀ ਸੁਹਾਵਣੀ। ਉਹ ਧਨ ਜੀਵ ਰੂਪੀ ਇਸਤਰੀ ਖਰੀ ਬਹੁਤ ਹੀ ਸੁਹਾਵਣੀ, ਕਹਿੰਦੇ ਸੋਭਨੀਕ ਹੋ ਗਈ ਹੈ। ਉਹਦੇ ਅੰਦਰ ਬਹੁਤ ਹੀ ਸੋਹਣੇ ਨੇਕ ਗੁਣ ਆ ਗਏ ਹਨ। ਰੱਬੀ ਗੁਣ, ਬ੍ਰਹਮਣਾ ਪ੍ਰਾਪਤ ਕਰਾਉਣ ਵਾਲੇ ਵਾਹਿਗੁਰੂ ਦੇ ਜਿਹੜੇ ਸਤ ਸੰਤੋਖ, ਦਇਆ, ਧਰਮ, ਕਰੁਣਾ, ਮੁਦਤਾ, ਅਪੇਖਿਆ ਆਦਿਕ, ਮੈਤਰੀ ਭਾਵ ਆਦਿਕ ਸਾਰੇ ਗੁਣ ਨੇ। ਉਹਨਾਂ ਦੇ ਸਹਿਤ
ਉਹ ਜੀਵ ਰੂਪ ਉਸਤਰੀ ਸੁਹਾਵਣੀ ਹੋ ਗਈ ਹੈ। ਉਹਨਾਂ ਦੀ ਬਿਰਤੀ ਜਿਹੜੀ ਹੈ ਵਾਹਿਗੁਰੂ ਦਾ ਨਾਮ ਜਪਣ ਕਰਕੇ ਸੋਹਣੀ ਹੋ ਗਈ ਹੈ, ਮਾੜੇ ਖਿਆਲ ਨਹੀਂ ਚਿਤਵਦੀ। ਜਿਨ ਪਿਰਜਤ ਸੰਗ ਜਿਨ੍ਹਾਂ ਨੇ ਕਹਿੰਦੇ ਵਾਹਿਗੁਰੂ ਨੂੰ ਆਪਣੇ ਨਾਲ ਹੀ ਜਾਣ ਲਿਆ ਵੀ ਰੱਬ ਤਾਂ ਮੇਰੇ ਨਾਲ ਹੀ ਹੈ, ਪਤੀ ਪਰਮੇਸ਼ਰ ਤਾਂ ਮੇਰੇ ਨਾਲ ਹੀ ਹੈ, ਮੈਂ ਕਾਹਤੋਂ ਇਹਨੂੰ ਦੂਰ ਸਮਝਿਆ। ਮਹਿਲੀ ਮਹਿਲ ਬੁਲਾਈ ਫਿਰ ਐਸੀ ਭਾਵਨਾ ਰੱਖਣ ਵਾਲੀ ਜਿਹੜੀ ਮਹਿਲੀ ਹੈ ਨਾ, ਮਹਿਲੀ ਨਾਮ ਹੈ ਇਸਤਰੀ ਦਾ, ਉਹ ਜੀਵ ਉਸਤਰੀ ਮਹਿਲ ਬੁਲਾਈਏ, ਉਹਨੂੰ ਵਾਹਿਗੁਰੂ ਆਪਣੇ ਮਹੱਲ ਵਿੱਚ ਬੁਲਾਈਏ, ਬੁਲਾ ਲੈਂਦਾ, ਆਪਣੇ ਪਾਸ ਸੱਦ ਲੈਂਦਾ। ਭਾਵ ਕਿ ਉਹ ਗੁਰਮੁਖ ਜਿਹੜੇ ਵਾਹਿਗੁਰੂ ਨੂੰ ਅੰਗ ਸੰਗ ਜਾਣਦੇ ਨੇ, ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਫਿਰ ਉਹ ਅਭੇਦ ਹੋਏ, ਫਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੇ ਮਾਣਦੇ ਹਨ, ਰੰਗ ਪ੍ਰੇਮ ਦੇ ਸਹਿਤ, ਪ੍ਰੇਮ ਦੇ ਵਿੱਚ ਲੀਨ ਨੇ ਤੇ ਸਦਾ ਆਨੰਦ ਮਾਣਦੇ ਹਨ। ਸੱਚ ਸੁਹਾਗਣ ਸਾ ਭਲੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੱਚ ਸੁਹਾਗਣ ਸਾ ਭਲੀ, ਉਹ ਜਿਹੜੀ ਸੱਚੀ ਸੁਹਾਗਣ ਹੈ, ਜਿਨ੍ਹਾਂ ਨੇ ਸੱਚ ਸਰੂਪ ਦੀ ਪ੍ਰਾਪਤੀ ਦਾ, ਸੁਹਾਗਣ ਨਾਮ ਹੁੰਦਾ ਆਨੰਦ ਦਾ, ਸੱਚ ਸਰੂਪ ਦੀ ਪ੍ਰਾਪਤੀ ਦਾ ਜਿਨ੍ਹਾਂ ਨੇ ਆਨੰਦ ਮਾਣਿਆ ਹੈ ਨਾ, ਜਿਹੜੇ ਉਸ ਦੇ ਆਨੰਦ ਵਿੱਚ ਲੀਨ ਨੇ, ਸਾ ਭਲੀ, ਉਹ ਜਿਹੜੀ ਜੀਵ ਇਸਤਰੀ ਭਲੀ ਹੈ, ਉਹ ਗੁਰਮੁਖਾਂ ਦੀ ਬਿਰਤੀ ਬਹੁਤ ਹੀ ਚੰਗੀ ਤੋਂ ਚੰਗੀ, ਚੰਗੇ ਜੀਵਨ ਵਾਲੇ ਹਨ। ਫਿਰ ਮੋਹੀ ਗੁਣ ਸੰਗ, ਉਹਨਾਂ ਦੀ ਜਿਹੜੀ ਬਿਰਤੀ ਹੈ, ਪਤੀ ਪਰਮੇਸ਼ਰ ਨੇ ਆਪਣੇ ਨੇਕ ਸ਼ੁਭ ਗੁਣਾ ਕਰਕੇ ਕਹਿੰਦੇ ਮੋਹੀ ਮੋਹਤ ਕਰ ਲਈ। ਵਾਹਿਗੁਰੂ ਦੇ ਗੁਣਾਂ ਨੇ ਉਹਨਾਂ ਦਾ ਜਿਹੜਾ ਧਿਆਨ ਹੈ, ਉਹਨਾਂ ਦੀ ਬਿਰਤੀ ਹੈ, ਵਾਹਿਗੁਰੂ ਵੱਲ ਹੀ ਖਿੱਚ ਦਿੱਤੀ ਹੈ। ਪਰਮੇਸ਼ਰ ਨੇ ਉਹਨਾਂ ਨੂੰ ਮੋਹ ਲਿਆ ਹੈ ਗੁਣ ਸੰਗ, ਤੇ ਉਹ ਵਾਹਿਗੁਰੂ ਦੇ ਬਖਸ਼ੇ ਗੁਣਾਂ ਦੇ ਨਾਲ ਹੀ ਸਦਾ ਰਹਿੰਦੇ ਨੇ। ਵਾਹਿਗੁਰੂ ਵਿੱਚ ਮੋਹੇ ਹੋਏ ਜਿਹੜੇ ਬਿਰਤੀ ਕਰਕੇ ਸਦਾ ਪਰਮੇਸ਼ਰ ਦੇ ਗੁਣਾਂ ਦੇ ਨਾਲ ਨੇ, ਗਾਉਣੀ ਗਾਉਂਦੇ ਹਨ। ਭੂਲੀ ਭੂਲੀ ਥਲ ਚੜਾ, ਕਹਿੰਦੇ ਸਤਿਗੁਰੂ ਸਾਹਿਬ ਦੀ ਸ਼ਰਨ ਆਏ ਤੋਂ ਬਿਨਾਂ ਨਹੀਂ ਕੋਈ ਲਾਭ ਹੁੰਦਾ, ਭਾਵੇਂ ਭੂਲੀ ਭੂਲੀ ਥਲ ਚੜਾ। ਇਹ ਜਿਹੜੀ ਜੀਵ ਇਸਤਰੀ ਹੈ ਭੁੱਲ ਦੀ ਭੁਲਾਈ ਹੋਈ, ਕਹਿੰਦੇ ਵੀ ਛਲਾਂ ਦੇ ਵਿੱਚ ਵੀ ਜਾ ਕੇ ਕਿਉਂ ਨਾ ਚੜ ਜਾਵੇ, ਭਾਵ ਮਾਰੂ ਛਲ ਟਿੱਬੇ ਜਿਹੜੇ ਹੁੰਦੇ ਉੱਚੇ ਉੱਚੇ ਟਿੱਬਿਆਂ ਦੇ ਉੱਤੇ ਜਾ ਕਰਕੇ ਵੀ ਭਾਵੇਂ ਤਪ ਸਾਧ ਲਵੇ। ਥਲ ਚੜ ਡੂਗਰ ਜਾ, ਫਿਰ ਕੱਲਾ ਛਲ ਤੇ ਨਾ ਚੜੇ, ਟਿੱਬਿਆਂ ਦੇ ਜਾ ਕੇ ਕੁਝ ਸਮਾਂ ਮਾਰੂ ਛਲਾਂ 'ਚ ਗੁਜ਼ਾਰ ਕੇ ਭਾਵੇਂ ਉਤੋਂ ਗਾਂਹ ਡੂਗਰ ਹੁੰਦਾ, ਉੱਚੇ ਉੱਚੇ ਪਹਾੜ, ਪਹਾੜਾਂ ਦੀ ਚੋਟੀ ਦੇ ਭਾਵੇਂ ਜਾ ਕੇ ਕਹਿੰਦੇ ਵੀ ਤਪ ਸਾਧ ਲਵੇ, ਉੱਥੇ ਵੀ ਚੜ ਜਾਵੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਬਾਨ ਮਹਿ ਭੂਲੀ ਜੀ ਫਿਰ, ਤੇ ਫਿਰ ਕਹਿੰਦੇ ਵੀ ਪਹਾੜਾਂ ਤੋਂ ਅੱਗੇ ਸੰਘਣੇ ਜਿੱਥੇ ਬਾਣ, ਮਧੂਬਨ, ਮਥੁਰਾ ਬਨ ਆਦਿ ਕੇ ਨਾ ਜੰਗਲਾਂ ਦੇ ਵਿੱਚ ਵੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਬਨ ਮੈਂ ਭੂਲੀ ਜੇ ਫਿਰਾ। ਇਹ ਜੀਵ ਇਸਤਰੀ ਜੰਗਲਾਂ ਦੇ ਵਿੱਚ ਵੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੇ ਲਈ ਭੁੱਲਦੀ ਭੁਲਾਈ ਹੋਈ, ਭਰਮਦੀ ਹੋਈ ਜੇ ਫਿਰਦੀ ਰਹੇ, ਕਈ ਜੰਗਲੋਂ ਜੰਗਲੀ ਕਹਿੰਦੇ ਤਪ ਸਾਧਦੀ ਰਹੇ। ਬੂਝ ਨਾ ਪਾਉ, ਪਰ ਫਿਰ ਵੀ ਗੁਰੂ ਸਾਹਿਬ ਤੋਂ ਬਗੈਰ ਨਾਮ ਨਹੀਂ ਮਿਲਦਾ, ਤੇ ਨਾਮ ਤੋਂ ਬਗੈਰ ਸਾਧ ਸੰਗਤ ਕਲਿਆਣ ਨਹੀਂ ਹੁੰਦੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਨਾਮ ਲੈਣ ਵਾਸਤੇ ਗੁਰੂ ਸਾਹਿਬ ਦੀ ਸ਼ਰਨ ਆਉਣਾ ਪੈਂਦਾ ਹੈ। ਕੋਈ ਭਾਵੇਂ ਮਾਰੂ ਥਲ 'ਚ ਟਿੱਬਿਆਂ ਤੇ ਪਹਾੜਾਂ ਤੇ ਚੜ ਕੇ ਜੰਗਲਾਂ 'ਚ ਵੜ ਕੇ ਬੰਦਗੀ ਕਰੇ, ਪਰ ਬਿਨ ਗੁਰ ਬੂਝ ਨਾ ਪਾਏ। ਬਿਨਾ ਗੁਰੂ ਸਾਹਿਬ ਜੀ ਦੀ ਸ਼ਰਨ ਆਏ ਤੋਂ ਉਹਨੂੰ ਬੂਝ ਕੀ ਨਾਮ ਹੈ ਸਮਝ ਨਹੀਂ ਪੈਂਦੀ, ਨਾਮ ਜਪਣ ਦੀ ਸੋਝੀ ਨਹੀਂ ਆਉਂਦੀ, ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ। ਭੂਲੀ ਜੀ ਫਿਰ, ਤੇ ਕਹਿੰਦੇ ਨਾਭੋ ਭੂਲੀ ਜੇ ਫਿਰਾ, ਜੇ ਵਾਹਿਗੁਰੂ ਗੁਰੂ ਸਾਹਿਬ ਨਹੀਂ ਪ੍ਰਾਪਤ ਹੋਏ ਫਿਰ ਨਾਮ ਨਹੀਂ ਮਿਲਿਆ ਸਮਝੋ। ਨਾਮ ਤੋਂ ਭੁੱਲੀ ਹੋਈ ਹੋਰ ਸਾਧਨਾ ਨੂੰ ਸਾਧਦੀ ਹੋਈ ਵੀ ਭਾਵੇਂ ਮੈਂ ਸੰਸਾਰ ਵਿੱਚ ਫਿਰਦੀ ਰਹਾ, ਫਿਰ ਆਵੋ ਜਾ, ਤਾਂ ਵੀ ਕਹਿੰਦੇ ਫਿਰ ਕੇ ਮੁੜ ਕੇ ਆਉਣਾ ਜਾਣਾ, ਜੰਮਣਾ ਮਰਨਾ ਇਹੀ ਕੁਝ ਪ੍ਰਾਪਤ ਹੁੰਦਾ ਹੈ। ਜੰਮਣ ਮਰਨ ਤੋਂ ਵੱਧ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਬਸ ਜੰਮ ਗਏ ਮਰ ਗਏ, ਜੰਮ ਗਏ ਮਰ ਗਏ, ਇਹ ਲਾਭ ਹੀ ਖੱਟ ਲਿਆ ਵੀ ਕੁੱਟ ਖਾਈ ਜਾਓ ਜਮਾਂ ਦੀ, ਇਹ ਲਾਭ ਮਿਲ ਗਿਆ ਉਹਨਾਂ ਨੂੰ ਵੀ ਨਰਕਾਂ 'ਚ ਧੱਕੇ ਖਾਓ। ਵਾਹਿਗੁਰੂ ਦੀ ਪ੍ਰਾਪਤੀ ਦਾ ਲਾਭ ਨਹੀਂ ਉਹਨਾਂ ਨੂੰ ਮਿਲਿਆ। ਇਹ ਭਾਵੇਂ ਦ੍ਰਿੜ ਕਰਾਇਆ ਵੀ ਕਈ ਟਿੱਬਿਆਂ ਦੇ ਵਿੱਚ ਬੰਦਗੀ ਕਰਦੇ ਆ, ਜਿੱਥੇ ਰੇਤਾ ਦੇ ਟਿੱਬੇ ਹੁੰਦੇ ਆ, ਕਈ ਪਹਾੜਾਂ ਦੀਆਂ ਚੋਟੀਆਂ ਦੇ ਚੜ੍ਹ ਕੇ ਬੰਦਗੀ ਕਰਦੇ ਆ ਵੀ ਜਿੱਥੇ ਕੋਈ ਆਵੇ ਨਾ, ਕਈ ਜੰਗਲਾਂ 'ਚ ਜਾ ਕੇ ਬੰਦਗੀ ਕਰਦੇ ਆ,
ਤੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੁੰਦੇ। ਅਸਲ 'ਚ ਭੁੱਲਦੇ ਭੁਲਾਏ ਜਿੱਥੇ ਮਰਜੀ ਫਿਰੀ ਜਾਣ, ਨਾਮ ਬਿਨਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਨਾਮ ਗੁਰੂ ਸਾਹਿਬ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਕੁਛ ਹੋ ਜਾਈ ਪਦਾਊ ਫਿਰ ਮਹਾਰਾਜ ਅਸੀਂ ਮੁਕਤ ਕਿਵੇਂ ਹੋਈਏ ਦੱਸੋ? ਨਾ ਜੰਗਲੀ ਨਾ ਪਹਾੜੀ, ਕਿਤੇ ਵੀ ਨਹੀਂ ਜੇ ਜਾਣਾ ਤਾਂ ਸਾਹਿਬ ਕਹਿੰਦੇ ਰਾਹੀਆਂ ਨੂੰ ਪੁੱਛੋ। ਜਦੋਂ ਜਾਣਾ ਹੋਵੇ ਨਾ ਕਿਤੇ ਤੇ ਜਿਹੜੇ ਰਾਹੀ ਹੋਣ, ਜਿਹੜੇ ਉਹਨਾਂ ਰਾਹਾਂ ਦੇ ਚੱਲਦੇ ਹੋਣ, ਉਹਨਾਂ ਨੂੰ ਪਤਾ ਹੁੰਦਾ। ਜਦੋਂ ਕਿਤੇ ਜਾਈਏ ਦੂਜੇ ਉੱਪਰੇ ਜੇ ਸ਼ਹਿਰ, ਆ ਜਿਹੜੇ ਗੱਡੀਆਂ ਰਕਸ਼ਿਆਂ ਨੂੰ ਟੈਂਪੂਆਂ ਨੂੰ ਚਲਾਉਣ ਵਾਲੇ, ਇਹਨਾਂ ਨੂੰ ਰਾਹ ਪੁੱਛ ਲਓ, ਝੱਟ ਦੱਸ ਦਿੰਦੇ ਵੀ ਆਓ ਫਲਾਣੇ ਥਾਂ ਚਲੇ ਜਾਓ, ਕਿਉਂਕਿ ਉਹਨਾਂ ਨੂੰ ਪਤਾ ਹੈ ਰਾਹਾਂ ਦੇ ਭੇਤੀ ਨੇ। ਇਸੇ ਤਾਂ ਹੀ ਕਹਿੰਦੇ ਰਾਹੀਆਂ ਨੂੰ ਪੁੱਛੋ। ਪਦਾਊ ਹੁੰਦੇ ਨੇ ਰਾਹੀ, ਜਿਹੜੇ ਮਾਰਗ ਤੇ ਚੱਲਣ ਵਾਲੇ। ਇੱਥੇ ਮਾਰਗ ਕਿਹੜਾ ਹੈ? ਜਿਹੜਾ ਮਾਰਗ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, ਸਤ ਸੰਗਤ ਰੂਪੀ ਮਾਰਗ ਹੈ। ਚੱਲਣ ਵਾਲੇ ਕੌਣ ਨੇ? ਰਾਹੀ ਪਾਂਧੀ ਕੌਣ ਨੇ? ਕਹਿੰਦੇ ਗੁਰਮੁਖ ਸੰਤ ਭਗਤ, ਨਾਮ ਅਭਿਆਸੀ ਗੁਰ ਸਿੱਖ ਪਿਆਰੇ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਪੁੱਛ ਲਓ ਜਾ ਕੇ ਉਹਨਾਂ ਨੂੰ ਜਿਹੜੇ ਵਾਹਿਗੁਰੂ ਦੇ ਮਾਰਗ ਤੇ ਚੱਲ ਰਹੇ ਹਨ, ਪਰਮੇਸ਼ਰ ਅਕਾਲ ਪੁਰਖ ਦੇ ਸੰਗਤ ਰੂਪੀ ਰਸਤੇ ਤੇ ਚੱਲ ਰਹੇ ਨੇ। ਪੁੱਛੋ ਜਾ ਕੇ ਉਹਨਾਂ ਨੂੰ ਵੀ ਤੁਹਾਨੂੰ ਸਾਰਾ ਰਾਹ ਦਾ ਭੇਦ ਹੈ, ਤੁਹਾਨੂੰ ਪਤਾ ਹੈ ਵਾਹਿਗੁਰੂ ਕਿਵੇਂ ਮਿਲਦਾ ਹੈ, ਸਾਨੂੰ ਵੀ ਦੱਸੋ। ਪੁੱਛੋ ਜਾਏ ਪਦਾਊ ਆ, ਕਹਿੰਦੇ ਵੀ ਉਹਨਾਂ ਨੇ ਪਾਂਧੀਆਂ ਦੇ ਤਾਈਂ, ਉਹਨਾਂ ਰਾਹੀਆਂ ਦੇ ਤਾਈਂ ਜਾ ਕੇ ਪੁੱਛ ਲਵੋ, ਗੁਰਮੁਖਾਂ ਕੋ ਸਲਾਹ ਲਵੋ। ਚੱਲੀ ਚੱਕਰ ਹੋਈ, ਜਿਹੜੇ ਕੀ ਕਰਦੇ ਆ ਵੀ ਬ੍ਰਹਮ ਗਿਆਨ ਵਿੱਚ ਬੈਠੇ ਨੇ, ਬ੍ਰਹਮ ਗਿਆਨ ਦੀ ਸੋਝੀ ਹੈ, ਪਰ ਫਿਰ ਵੀ ਚਾਕਰ ਬਣ ਕੇ ਚੱਲਦੇ ਨੇ ਵਾਹਿਗੁਰੂ ਦੇ। ਚਾਕਰ ਬਣ ਕੇ ਦਾਸਾ ਭਾਵ ਵਿੱਚ ਭਗਤੀ ਕਰਦੇ ਹਨ। ਸਭ ਕੁਝ ਉਹਨਾਂ ਦੇ ਕੋਲ ਹੈ, ਪਰ ਫਿਰ ਵੀ ਇਸ ਤਰ੍ਹਾਂ ਅਣਜਾਣ ਹੋ ਕੇ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਹਨ ਵੀ ਬ੍ਰਹਮ ਗਿਆਨੀ ਵੀ ਨੇ, ਰੱਬ ਨਾਲ ਮਿਲੇ ਵੀ ਨੇ, ਪਰ ਫਿਰ ਵੀ ਉਹਦੇ ਚਾਕਰ ਬਣ ਕੇ ਰਹਿੰਦੇ ਆ। ਜਿਹੜੀ ਪਟਰਾਣੀ ਰਾਜੇ ਦੀ ਪਟਰਾਣੀ ਬਣ ਕੇ ਵੀ ਦਾਸੀ ਬਣ ਕੇ ਸੇਵਾ ਕਰੇ ਨਾ, ਉਹ ਤੇ ਰਾਜੇ ਦੀ ਬਹੁਤ ਹੀ ਖੁਸ਼ੀ ਵੀ ਹੁੰਦੀ ਤੇ ਸੁੱਖ ਵੀ ਮਾਣਦੀ ਹੈ। ਐਵੇਂ ਜਿਹੜਾ ਸਿੱਖ ਸਭ ਕੁਝ ਭਾਵੇਂ ਪ੍ਰਾਪਤ ਵੀ ਕਰ ਲਵੇ, ਬ੍ਰਹਮ ਗਿਆਨ ਸਭ ਤੋਂ ਉੱਚੀ ਅਵਸਥਾ ਹੈ, ਇਸ ਅਵਸਥਾ ਵਿੱਚ ਵੀ ਪਹੁੰਚ ਜਾਵੇ, ਪਰ ਫਿਰ ਵੀ ਚਾਕਰ ਬਣ ਕੇ ਕਹਿੰਦੇ ਚੱਲੇ, ਸੇਵਾਦਾਰ ਬਣ ਕੇ ਰਹੇ। ਫਿਰ ਵੀ ਮਹਾਰਾਜ ਸਾਹਿਬ ਜੀ ਦੇ ਸਿੱਖੋ ਕੁਝ ਪੰਜਵੇਂ ਪਾਤਸ਼ਾਹ, ਕਈ ਵਾਰ ਸੰਗਤ ਜਿੱਥੇ ਜੋੜੇ ਲਾਉਂਦੀ ਉੱਥੇ ਮਹਾਰਾਜ ਜੀ ਆਪਣਾ ਚਿਹਰਾ ਜਿਹਾ ਢੱਕ ਕੇ ਵੀ ਸਿੱਖਾਂ ਨੇ ਸਾਨੂੰ ਸੇਵਾ ਕਰ ਨਹੀਂ ਦੇਣੀ, ਤੇ ਉਹ ਜੋੜੇ ਝਾੜਦੇ ਹੁੰਦੇ ਸਨ ਵੀ ਸੰਗਤ ਦੇ ਅਸੀਂ ਜੋੜੇ ਝਾੜੀਏ, ਆਪ ਹੱਥੀਂ ਸੇਵਾ ਕਰੀਏ। ਬ੍ਰਹਮ ਗਿਆਨੀ ਨੇ, ਰੱਬ ਦਾ ਰੂਪ ਹਨ, ਪਰ ਦਾਸ ਬਣੇ ਨੇ। ਭਾਵ ਜੇ ਕਮਾਈ ਕਰਦੇ ਆ ਜਿੰਨੇ ਮਰਜ਼ੀ ਗੁਣ ਹੋਣ, ਲੋਕ ਆਖਣ ਬੜਾ ਭਲਾ ਪੁਰਖ ਹੈ, ਵਡਿਆਈ ਵੀ ਹੋਣ ਲੱਗ ਪਏ, ਪਰ ਦਾਸਾ ਭਾਵ ਨਾ ਛੱਡੇ, ਹੱਥੀਂ ਸੇਵਾ ਨਾ ਛੱਡੇ। ਕਹਿੰਦੇ ਜਿਹੜੇ ਦਾਸ ਹਨ, ਜਿਹੜੇ ਸੇਵਕ ਹਨ, ਰੱਬ ਦੇ ਪਿਆਰੇ ਦਾਸਾ ਭਾਵ ਚੱਲਦੇ, ਉਹਨਾਂ ਕੋਲ ਪੁੱਛ ਲਓ ਰਸਤਾ, ਉਹ ਦੱਸ ਦੇਣਗੇ ਮਾਲਕ ਦੀ ਪ੍ਰਾਪਤੀ ਦਾ। ਉਹ ਆਪ ਵੀ ਚਾਕਰ ਹੋ ਕੇ ਚੱਲਦੇ ਆ। ਤੁਸੀਂ ਵੀ ਕਹਿੰਦੇ ਸੇਵਕ ਦਾਸ ਬਣ ਕੇ ਉਹਨਾਂ ਦੀ ਆਗਿਆ ਵਿੱਚ ਚੱਲਣਾ ਕਰੋ। ਰਾਜਨ ਜਾਣ ਹੈ ਆਪਣਾ, ਉਹ ਫਿਰ ਕੀ ਕਰਦੇ? ਆਪ ਤਾਂ ਰਾਜਾ ਰੂਪ ਪਰਮੇਸ਼ਰ ਨੂੰ ਆਪਣਾ ਜਾਣਦੇ ਹੀ ਨੇ। ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰੋਗੇ, ਉਹਨਾਂ ਦੇ ਅਨੁਸਾਰ ਚੱਲੋਗੇ, ਜੋ ਰਾਜਨ ਕੀ ਹੈ? ਪ੍ਰਕਾਸ਼ ਰੂਪ। ਉਹ ਪ੍ਰਕਾਸ਼ ਰੂਪ ਨੂੰ ਜਾਣਿਆ ਆਪਣਾ, ਆਪਣਾ ਹੀ ਆਤਮਾ ਰੂਪ, ਆਪਣਾ ਸਰੂਪ ਕਰਕੇ ਜਾਣਦੇ ਹਨ। ਤੁਸੀਂ ਵੀ ਜਾਣ ਲਵੋਗੇ। ਦਰ ਘਰ ਠਾਕ ਨਾ ਹੋਈ, ਫਿਰ ਵਾਹਿਗੁਰੂ ਦੇ ਕਹਿੰਦੇ ਸੱਚਖੰਡ ਰੂਪੀ ਦਰ ਘਰ ਦੇ ਵਿੱਚ ਜਾਂਦੇ ਆ, ਭਾਵ ਵਾਹਿਗੁਰੂ ਦੇ ਸਰੂਪ ਦੇ ਵਿੱਚ ਪਹੁੰਚਣ ਵੱਲੋਂ ਕੋਈ ਠਾਕ, ਕੋਈ ਰੋਕ ਨਹੀਂ ਹੁੰਦੀ। ਜਿਹੜਾ ਰਾਜੇ ਨੂੰ ਆਪਣਾ ਮੰਨ ਲੈਂਦਾ, ਜਿਹਦੀ ਰਾਜੇ ਨਾਲ ਪਾਤਸ਼ਾਹ ਨਾਲ ਸਾਂਝ ਹੋਵੇ ਨਾ, ਫਿਰ ਉਹਨੂੰ ਆਉਂਦਿਆਂ ਜਾਂਦਿਆਂ ਕੋਈ ਰੋਕਦਾ ਨਹੀਂ, ਪਤਾ ਲੱਗ ਜਾਂਦਾ ਵੀ ਇਹ ਰਾਜੇ ਦਾ ਬੰਦਾ ਹੈ। ਇਸੇ ਤਰ੍ਹਾਂ ਉਹ ਗੁਰਮੁਖ ਜਿਹੜੇ ਪ੍ਰਕਾਸ਼ ਰੂਪ ਵਾਹਿਗੁਰੂ ਨੂੰ ਆਪਣਾ ਆਤਮਾ ਹੀ ਜਾਣਦੇ, ਆਪਣੇ ਆਤਮੇ ਨੂੰ ਵਾਹਿਗੁਰੂ ਦਾ ਰੂਪ ਜਾਣਦੇ ਹਨ, ਉਹਨਾਂ ਨੂੰ ਸੱਚਖੰਡ ਵਿੱਚ ਆਉਂਦਿਆਂ ਜਾਂਦਿਆਂ ਕੋਈ ਰੋਕ ਨਹੀਂ ਪੈਂਦੀ। ਰੋਕ ਕਿਹੜੀ ਪੈਣੀ ਆ? ਜਿਹੜਾ ਕਈ ਵਾਰ ਅੰਦਰ ਵਕਾਰ ਫੁਰਾਉਣੇ, ਇਹ ਰੋਕਾਂ ਪੈਣੀਆਂ ਨੇ। ਜਿਹੜਾ ਕਈ ਕਿਸੇ ਦੀ ਨਿੰਦਾ ਦਾ ਫੁਰਨਾ ਆ ਜਾਣਾ, ਕੋਈ ਵਿਭਚਾਰ ਦਾ ਖਿਆਲ ਆ ਜਾਣਾ, ਜਿਹੜਾ ਦਰ ਨਾਮ ਹੈ ਇੰਦਰੀਆਂ ਦਾ, ਜਿਹੜੇ ਇੰਦਰੇ ਬਾਹਰ ਨੂੰ ਖਿੱਚਦੇ ਨੇ, ਮਨ ਨੂੰ ਰੁਕਾਵਟਾਂ ਪਾ ਰਹੇ ਨੇ। ਇਹ ਕਹਿੰਦੇ ਵਾਹਿਗੁਰੂ ਦਾ ਜੋ ਘਰ ਹੈ ਸੱਚਖੰਡ, ਉੱਥੇ ਜਾਂਦਿਆਂ ਨੂੰ ਫਿਰ ਕਿਸੇ ਤਰ੍ਹਾਂ ਦੇ ਵੀ ਦਰਵਾਜ਼ਿਆਂ ਤੇ ਇੰਦਰੀਆਂ ਦੇ ਪਿੱਛੇ ਲੱਗ ਕੇ ਰੋਕਾਂ ਨਹੀਂ ਪੈਂਦੀਆਂ। ਠਾਕ ਨਾਮ ਹੁੰਦਾ ਰੋਕ ਪਾ ਦੇਣ ਦਾ, ਕੋਈ ਰੋਕ ਪਾ ਹੀ ਨਹੀਂ ਸਕਦਾ ਵਕਾਰਾਂ ਦੇ। ਉਹ ਵਕਾਰ ਜਿਹੜੇ ਨੇ ਉਹ ਮਹਾਂਪੁਰਖਾਂ ਦੇ ਅਸਰ ਹੀ ਕਰਨੋਂ ਹਟ ਜਾਂਦੇ ਆ।
ਵਕਾਰਾਂ ਦਾ ਜ਼ੋਰ ਹੀ ਨਹੀਂ ਚੱਲਦਾ ਉਹਨਾਂ ਗੁਰਮੁਖਾਂ ਦੇ ਉੱਪਰ। ਨਾਨਕ ਏਕੋ ਰਵ ਰਹਿਆ। ਫਿਰ ਐਸੀ ਬਿਰਤੀ ਖੁੱਲਦੀ ਐ, ਵੇਖਦੇ ਨੇ ਉਹ ਗੁਰਮੁਖ ਵੀ ਨਾਨਕ ਏਕੋ ਰਵ ਰਹਿਆ, ਵੀ ਐਵੇਂ ਭਿੰਨ ਭਿੰਨ ਜਾਣ ਰਹੇ ਆ ਸ੍ਰਿਸ਼ਟੀ ਨੂੰ। ਅਸਲ ਵਿੱਚ ਤਾਂ ਸਾਰਿਆਂ 'ਚ ਇੱਕੋ ਹੀ ਪਰਮੇਸ਼ਰ ਰਵ ਰਹਿਆ, ਵਿਆਪਕ ਹੋ ਰਿਹਾ, ਪ੍ਰਕਾਸ਼ ਰਹਿਆ ਏ। ਦੂਜਾ ਅਵਰ ਨਾ ਕੋਈ। ਦੂਸਰਾ ਹੋਰ ਕੋਈ ਅਵਰ ਸਥਾਨ ਵਿੱਚ ਹੈ ਹੀ ਨਹੀਂ। ਇੱਕ ਜੋਤੀ ਸਰੂਪ ਹੀ ਹੈ, ਇੱਕੋ ਪ੍ਰਕਾਸ਼ ਰੂਪ ਹੈ, ਇੱਕੋ ਹੀ ਵਾਹਿਗੁਰੂ ਹੈ। ਉਹ ਦਦਾਰੇ ਹੋ ਜਾਂਦੇ ਨੇ ਇਹਨਾਂ ਦੀਦਿਆਂ ਦੇ ਨਾਲ। ਫਿਰ ਭਿੰਨ ਭਿੰਨ ਪ੍ਰਕਾਸ਼ ਰਹੀ ਜੋਤ ਜੋ ਹੈ ਉਹ ਪਰਮਾਤਮਾ ਦੀ ਪਰਮ ਜੋਤੀ 'ਚ ਮਿਲੀ ਹੋਈ ਦਿਖਦੀ ਆ, ਵੀ ਸਾਰੇ ਜਿਹੜੇ ਵਾਹਿਗੁਰੂ ਦਾ ਹੀ ਸਰੂਪ ਹਨ। ਆਉਂਦਿਆਂ ਜਾਂਦਿਆਂ ਰੋਕ ਨਾ ਪੈਣ ਤੋਂ ਭਾਵ ਬਿਰਤੀ ਸਦਾ ਵਾਹਿਗੁਰੂ ਦੇ ਚਰਨਾਂ 'ਚ ਲੀਨ ਰਹਿੰਦੀ, ਉੱਚੀ ਅਵਸਥਾ ਬਣੀ ਰਹਿੰਦੀ ਹੈ। ਗੁਰਮੁਖ ਫਿਰ ਭਲੇ ਦੇ ਕਾਰਜ ਕਰਦੇ ਨੇ। ਕਹਿੰਦੇ ਆਪ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦੇ ਦਾਸ ਬਣੋ, ਤੁਸੀਂ ਵੀ ਉੱਥੇ ਹੀ ਪਹੁੰਚ ਜਾਓਗੇ। ਰਾਹੀਆਂ ਨਾਲ ਮਿਲੋਗੇ ਤਾਂ ਮੰਜ਼ਿਲ ਪ੍ਰਾਪਤ ਹੋਵੇਗੀ। ਗੁਰਮੁਖਾਂ ਦੀ ਸੰਗਤ ਕਰੋ ਤਾਂ ਫਿਰ ਜਪਿਆ ਕਰੋਗੇ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਧਰਮ ਦੇ ਕਰਮ ਕਰਨ ਵਾਲਿਆਂ ਨੂੰ ਸਮਝਾਇਆ ਵੀ ਨਾਮ ਜ਼ਰੂਰ ਜਪਿਆ ਕਰੋ, ਨਾਮ ਬਿਨਾਂ ਤੁਹਾਡੇ ਬਾਕੀ ਕਰਮ ਸਾਰੇ ਹੀ ਵਿਅਰਥ ਨੇ। ਗੁਰੂ ਦੀ ਮੱਤ ਲਹੋ, ਔਗਣ ਛੱਡੋ ਤੇ ਗੁਣਾਂ ਨੂੰ ਗ੍ਰਹਿਣ ਕਰੋ, ਤਾਂ ਵਾਹਿਗੁਰੂ ਦਾ ਹੀ ਸਰੂਪ ਸਭ ਥਾਵਾਂ ਤੇ ਦਿਖੇਗਾ। ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ। ਗੁਰੂ ਸਾਹਿਬ ਜੀ ਸਦਾ ਹੀ ਬਖਸ਼ਣਹਾਰ ਹਨ, ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਕੁਛ ਹੋ ਜਾਈ ਪਵਾਉਆ ਚਲੀ ਚਾਕਰ ਹੋਈ, ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨ ਹੋਈ। ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ